ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਇਸ ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨ ਰਜ ਦੇ ਨਾਮਕਰਨ ਦਾ ਸੁਭਾਗ ਨਸੀਬ ਹੋਇਆ। ਸਤਿਗੁਰੂ ਜੀ ਦੀ ਮਿਹਰ ਸਦਕਾ ਸੋਦਰ ਚੌਂਕੀ ਦੇ ਕੀਰਤਨ ਹਰ ਕੀਰਤ ਹਮਰੀ ਰਹਿ ਰਾਸ ਆਰਤੀ ਅਰਦਾਸ ਤੇ ਫਿਰ ਸਦਾਏ ਖਾਸ ਸਤਿਗੁਰੂ ਜੀ ਦੇ ਪਾਵਨ ਹੁਕਮਨਾਮੇ ਆਪ ਨੇ ਆਪਣੀ ਝੋਲੀ 'ਚ ਪਵਾਏ ਹਨ। ਕੁਝ ਸਮਾਂ ਹੋਰ ਮੇਰੀਆਂ ਪੀਰੀਆਂ ਦੇ ਦਾਤੇ ਅਕਾਲ ਪੁਰਖ ਦੇ ਤਖਤ ਦੀ ਸੱਤਾ ਨੂੰ ਸੰਸਾਰ 'ਤੇ ਪ੍ਰਗਟ ਕਰਨ ਵਾਲੇ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਜੀਵਨ ਸੁਖਨ ਮੁਬਾਰਕ ਜੀਵਨ ਗਾਥਾਵਾਂ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਪ੍ਰੇਮ ਸਹਿਤ ਸਰਵਣ ਕੀਤਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਵਾਂ ਮਰਦੀ ਦਾ ਬਹਾਦਰੀ ਦਾ ਘਰ ਘਰ ਜ਼ਿਕਰ ਹੁੰਦਾ ਹੈ। ਸਿੱਖਾਂ ਦੇ ਘਰ ਵਿੱਚ ਤਾਂ ਜ਼ਿਕਰ ਹੈ ਹੀ, ਪਿਆਰਿਆਂ ਦੇ ਘਰ ਵਿੱਚ ਤਾਂ ਜ਼ਿਕਰ ਹੈ ਹੀ। ਦੋਖੀ ਦੁਸ਼ਮਣ ਵੀ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਵਡਿਆ ਕੇ ਕਰਦੇ ਔਰ ਆਪਸ ਵਿੱਚ ਇਹ ਵਿਚਾਰ ਕਰਦੇ ਨੇ ਬਈ ਗੁਰੂ ਸੂਰਤਾ ਬਿਦਤ ਜਹਾਨ ਬੜ ਬਹਾਦਰ ਕਰਹਿ ਬਖਾਨ। ਮਹਾਰਾਜ ਜੀ ਦੀ ਸੂਰਵੀਰਤਾ, ਮਹਾਰਾਜ ਜੀ ਦਾ ਮਹਾਨ ਬਲ ਪੁਰਸ਼ਾਰਥ ਸਭ ਜਗ੍ਹਾ ਸਲਾਹਿਆ ਜਾ ਰਿਹਾ ਹੈ। ਫਿਰ ਇਹ ਵੀ ਕਹਿੰਦੇ ਨੇ ਅਲਪ ਚਮੋ ਜਿਨ ਕੇ ਗਹਿ ਪਾਸੀ ਲਾਖੋਂ ਸ਼ਤਰੁਨ ਕਰੇ ਬਿਨਾਸੀ। ਉਹਨਾਂ ਦੀ ਥੋੜ੍ਹੀ ਜਿਹੀ ਸੈਨਾ ਉਹਨਾਂ ਦੇ ਕੋਲ ਹੈ, ਬਹੁਤ ਵੱਡਾ ਜੰਗੀ ਸਾਜੋ ਸਮਾਨ ਵੀ ਨਹੀਂ। ਤੇ ਸ਼ਹਿਨਸ਼ਾਹ ਜਹਾਂਗੀਰ, ਸ਼ਹਿਨਸ਼ਾਹ ਸ਼ਾਹਜਹਾਨ ਦੀਆਂ ਸੈਨਾਵਾਂ ਦਾ
ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸੈਨਾਵਾਂ ਨੇ ਨਾਸ਼ ਕਰ ਦਿੱਤਾ ਹੈ। ਉਹਨਾਂ ਦੇ ਬਲ ਦੇ ਸਾਹਮਣੇ ਕੋਈ ਠਹਿਰ ਨਹੀਂ ਸਕਦਾ। ਸਿਰ ਪੀਰਨ ਕੇ ਪੀਰ ਵਿਸਾਲਾ, ਵੱਡ ਮੀਰਨ ਕੋ ਮੀਰ ਸੁਚਾਲਾ। ਉਹ ਮਹਾਂਪੁਰਖਾਂ ਦੇ ਵੱਡੇ ਮਹਾਂਪੁਰਖ ਹਨ, ਉਹਨਾਂ ਵਰਗਾ ਮਹਾਂਪੁਰਖ ਕੋਈ ਨਹੀਂ। ਪਾਰ ਬ੍ਰਹਮ ਪਰਮੇਸ਼ਵਰ ਦੀਆਂ ਅਨੇਕਾਂ ਹੀ ਸ਼ਕਤੀਆਂ, ਅਨੇਕਾਂ ਹੀ ਬਲ, ਗੈਬੀ ਸ਼ਕਤੀਆਂ ਧਾਰਨ ਕਰਕੇ ਉਹਨਾਂ ਦੇ ਕਦਮਾਂ 'ਚ ਨਿਵਾਸ ਕਰਦੀਆਂ ਹਨ ਅਤੇ ਦੁਨੀਆ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਰਹਿੰਦੇ ਨੇ। ਬਲਕਿ ਬਾਦਸ਼ਾਹ ਤਾਂ ਹੈ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਰਾਜੇ ਥੋੜ੍ਹੇ ਦਿਨਾਂ ਦੇ ਹੁੰਦੇ ਨੇ ਅਤੇ ਗੁਰੂ ਨਾਨਕ ਦੀ ਬਾਦਸ਼ਾਹੀ ਸਦੀਵੀ ਹੈ, ਕਦੀ ਮੁੱਕ ਨਹੀਂ ਸਕਦੀ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਲਈ ਸੰਸਾਰ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦਾ ਹੈ। ਭਾਵ ਜਿਨ੍ਹਾਂ ਦੀ ਪਾਤਸ਼ਾਹੀ ਸੱਚੀ ਹੈ, ਜਿਨ੍ਹਾਂ ਦੀ ਪਾਤਸ਼ਾਹੀ ਨਿਮਾਣਿਆਂ ਨੂੰ ਮਾਣ ਦੇਣ ਵਾਲੀ ਹੈ, ਲਾਗਰ ਕਮਜ਼ੋਰਾਂ ਦਾ ਬਲ ਬਣਨ ਵਾਲੀ ਹੈ ਔਰ ਬੇਸਹਾਰਿਆਂ ਦੀ ਬਾਂਹ ਪਕੜਨ ਵਾਲੀ ਹੈ। ਇਸ ਲਈ ਉਹਨਾਂ ਵਰਗਾ ਸੂਰਮਾ ਹੋਰ ਕੋਈ ਨਹੀਂ ਹੈ। ਇਹ ਚਰਚਾ ਆਮ ਘਰ ਘਰ ਵਿੱਚ ਚੱਲਦੀ ਹੈ। ਢਾਡੀ ਅਬਦੁੱਲਾ ਅਤੇ ਨੱਥਮਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਪੱਗ ਤੇਰੀ ਕੀਏ ਜਹਾਂਗੀਰ ਦੀ। ਉਹਨਾਂ ਦਾ ਚਰਚਾ ਸਾਰੇ ਜਹਾਨ ਵਿੱਚ ਹੈ। ਅਲਪ ਚਮੂ ਜਿਨ ਕੇ ਗਹਿ ਪਾਸੀ, ਲਾਖੋਂ ਸ਼ਤਰੂਨ ਕਰੇ ਬਿਨਾਸੀ। ਸ਼ਾਹਜਹਾਂ ਜਿਨ ਸੋ ਲਰ ਹਾਰੇ, ਅਪੁਰ ਬਾਪਰੇ ਕਹਾਂ ਵਿਚਾਰੇ। ਸ਼ਾਹਜਹਾਨ ਵੀ ਆਪਣੀਆਂ ਉਹਦੀਆਂ ਸੈਨਾਵਾਂ ਕਾਲੇ ਖਾਨ, ਕੁਤਬ ਖਾਨ, ਪੈਂਦੇ ਖਾਨ, ਅਸਮਾਨ ਖਾਨ, ਉਹ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਹਮਲਾਵਰ ਹੋ ਕੇ ਹਾਰ ਪੱਲੇ ਪਈ ਹੈ, ਪ੍ਰਾਣ ਨਾਸ਼ ਹੋਏ ਹਨ। ਹੋਰ ਮਾੜੇ ਮੋਟੇ ਰਾਜੇ ਨਵਾਬ ਉਹਨਾਂ ਦੇ ਸਾਹਮਣੇ ਕੀ ਹਨ। 4 ਬਾਰ ਕਹਿਰਾਰ ਖਪਾਏ। 4 ਵਾਰੀ ਮੁਗਲ ਸੈਨਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਹਮਲਾ ਕੀਤਾ ਅਤੇ 4 ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਖੰਡੇ ਦੇ ਨਾਲ ਇਹਨਾਂ ਦਾ ਭੋਗ ਪਿਆ। ਖਾਮਖਾ ਸੱਤਾ ਪੱਖ ਨੇ ਉਹਨਾਂ 'ਤੇ ਹਮਲਾਵਰ ਹੋ ਕੇ ਜਦ ਵੀ ਹਮਲਾ ਕੀਤਾ, 4 ਬਾਰ ਕਰ ਬਾਰ ਖਪਾਰਾਰ ਖਪਾਏ, ਜੀਵਤ ਕੋ ਨ ਸਦਨ ਪਠਾਏ। ਅਤੇ ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਹਮਲਾਵਰ ਹੋ ਕੇ ਆਇਆ, ਉਹ ਜਿਉਂਦਾ ਫਿਰ ਵਾਪਸ ਨਹੀਂ ਗਿਆ। ਮੈਂ ਅਰਜ਼ ਕਰਾਂ, ਤੁਸੀਂ ਕੱਲ੍ਹ ਹੀ ਸਾਰਿਆਂ ਨੇ ਦੇਖਿਆ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ। ਪਹਿਲਾਂ ਇਹ ਹੋਰ ਥਾਵਾਂ 'ਤੇ ਇਹ ਦੁਖਦਾਈ ਘਟਨਾ ਹੁੰਦੀਆਂ ਰਹੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਯਤਨ ਹੁੰਦਾ ਰਿਹਾ ਔਰ ਆਪਣੇ ਵੱਲੋਂ ਕਰਦੇ ਵੀ ਰਹੇ। ਅਸਲ 'ਚ ਸਤਿਗੁਰੂ ਜੀ ਦੀ ਬੇਅਦਬੀ ਕੋਈ ਕਰਨ ਵਾਲਾ ਨਹੀਂ ਹੈ। ਆਪਣੇ ਹੀ ਲੋਕ ਬੇਅਦਬੀ ਕਰਾ ਲੈਂਦੇ ਨੇ, ਆਪਣਾ ਹੀ ਭਾਗ ਖਰਾਬ ਕਰ ਲੈਂਦੇ ਨੇ। ਜੇ ਮੱਸਾ ਰੰਗੜ ਸ੍ਰੀ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਟਾ ਕੇ ਆਪ ਆਸਣ ਲਾ ਕੇ ਬੈਠਾ ਅਤੇ ਆਪਣੇ ਢੰਗ ਨਾਲ ਦੁਸ਼ਟ ਵਰਤਾਰਾ ਕੀਤਾ ਅਤੇ ਫਿਰ ਦੁਬਾਰੇ ਉਸ ਦਾ ਸੀਸ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਨੇਜੇ 'ਤੇ ਟੰਗਿਆ ਹੋਇਆ ਦਿਖਾਈ ਪਿਆ। ਫਿਰ ਉਹਦਾ ਸੀਸ ਨਹੀਂ ਰਹਿ ਸਕਿਆ। ਮੈਂ ਅਰਜ਼ ਕਰਾਂ, ਇੱਕ ਮਾਮੂਲੀ ਜਿਹਾ ਵੀ ਪ੍ਰਮਾਤਮਾ ਦੀ ਕਿਰਤ ਵਿੱਚੋਂ ਕੋਈ ਜੀਵ ਉਹਦੇ ਪ੍ਰਾਣ ਜਾਣ ਤੇ ਉਹਦਾ ਦੁੱਖ ਤੇ ਹੁੰਦਾ ਹੈ। ਪਰ ਮੈਂ ਅਰਜ਼ ਕਰਾਂ, ਇੱਕ ਦਫਾ ਇਹ ਕੱਲ੍ਹ ਹੀ ਅਜੇ ਸ੍ਰੀ ਦਰਬਾਰ ਸਾਹਿਬ 'ਤੇ ਇੱਕ ਤਰ੍ਹਾਂ ਦਾ ਹਮਲਾ ਹੀ ਸੀ ਅਤੇ ਹਮਲਾਵਰ ਨੇ ਦੌੜ ਕੇ ਜੋ ਸ੍ਰੀ ਸਾਹਿਬ ਅੱਗੇ ਸਜਾ ਕੇ ਰੱਖੀ ਹੁੰਦੀ ਹੈ,
उस दे मुठे ते भी हाथ पा लिया। शायद इस करके भी जे कोई सामने आवेगा तो मैं ये तलवार उस ते चला देवांगा, और वो चला भी सकता सी। पर बाद विच संगतां ने पकड़ लिया तो उसकी इस तरह भयानक मौत हो गई। ये भी एक संदेश है, असी नहीं चाहते भी संसार के किसी भी धर्म अस्थान या उस धर्म के निशान की कोई बेमुहरमती होवे। असी दुनिया के सारे ही धर्म अस्थानां दा, धर्म निशानां दा और उस धर्म नूं मनण वाले इंसानां दा दिलों सत्कार करते हैं, और वो करते ही रवांगे। पर साध संगत खालसा सब का ही सन्मान करता है, पर जे कोई खालसे दे अस्थानां वल, निशानां वल माड़ी नज़र नाल देखेगा, ये इतिहास गवाह है, जिन्ना चिर संसार रहेगा वो फिर जिंदा नहीं रह सकेगा जिहड़ा गुरु साहब जी के अस्थानां की बेहुरमती करेगा। ये बड़ी बारी इतिहास विच ऐसा होया है। इसलिए असी सारिया ही धिरां नूं ये गल कहना चाहते हैं भी अपने अपने धर्म में तुहानूं आज़ादी। महाराजा रणजीत सिंह साहब ने जद काशी विश्वनाथ है अजे कल ही देश के प्राइम मिनिस्टर जनाब नरेंद्र मोदी ने उसनूं खोलिया, कॉरीडोर खुलिया। 17 क्विंटल सोना महाराजा रणजीत सिंह ने काशी विश्वनाथ मंदिर बनाउण वास्ते भेटा कीता सी। ये दसदा है भी खालसा सारे ही अस्थानां दा सन्मान करदा। श्री गुरु हरगोबिंद साहिब महाराज जी ने खुद मस्जिदां बनवा के दिती श्री हरगोबिंदपुर विखे। इहदा मतलब है असी आद काल तो दुनिया के सारे ही धर्मां दा, निशानां दा, स्थानां दा सन्मान करदे हां, कर रहे हां ते करदे ही रहांगे। पर जे कोई साडे धर्म स्थानां दा अपमान करेगा वो फिर या उन्होंने प्राण देने पैणगे या असी अपने प्राण वार देवांगे। वो टॉलरेबल नहीं है। इसलिए ये कोई मूर्खता ना करे बई कोई आके श्री तखत पटना साहिब या श्री हजूर साहिब या होर जितने गुरु अस्थान ने, श्री दरबार साहब, अकाल तखत साहिब या साडे इतिहासक अस्थान ने, भावें एक छोटे जे मुहल्ले विच भी गुरुद्वारा गुरु अस्थान बनया है तो उत्थे जे कोई आके अपमान करन दा यतन करेगा या उसनूं साडे प्राण लैणे पैणगे या अपने प्राण देने पैणगे। ये साडा मुढ़ कदीमा तो सुभाव चलता आया और खालसे दे सुभाव करके ही मैं अर्ज करा ये देश आज़ाद है और हर धर्म का सन्मान साडा मुढ़ला उसूल है। साडा हर दीवान ही इन्हां बोलां राहीं सफल समाप्त होंदा है। नानक नाम चढ़दी कला तेरे भाणे सरबत दा भला। असी सरबत दा भला मंगण वाले ही नहीं निरे, मंगदे तां हां पर असी सरबत दा भला करन वाले भी। साडियां बड़ियां मिसालां, साडा बड़ा लंबा चौड़ा इतिहास है। इसलिए कोई भी मनुख खबरदार रहे तो ये हिमाकत ना करे, नहीं तो फिर अपने प्राण गवाण वाली गल होवेगी जो सुखदाई नहीं होंदी, दुखदाई होंदी है। इस करके असी कल जिहड़ा श्री दरबार साहब विखे एक कुझा कारनामा करन दा यतन किया ते वो अपने प्राण गवा गया। असी इस महाराज जी की बेअदबी करन दे यतन दी घोर निंदा करते और ये करनी चाहिए है। ते जे खालसा अपने धर्म स्थानां दी आन शान
ਤੇ ਮਰਿਆਦਾ ਨਿਭਾਉਣ ਵਿੱਚ ਤੇ ਪਵਿੱਤਰਤਾ ਬਚਾਉਣ ਵਿੱਚ ਸਫਲ ਹੈ ਤਾਂ ਫਿਰ ਸਾਰੇ ਮਿਲ ਕੇ ਇੱਕ ਜੈਕਾਰਾ ਗਜਾ ਦਿਓ। ਜਿਹੜੇ ਜਿਹੜੇ ਗੁਰੂ ਦੀ ਮਰਿਆਦਾ ਤੇ ਆਨ ਸ਼ਾਨ ਨੂੰ ਦਿਲੋਂ ਸਮਰਪਿਤ ਨਹੀਂ, ਉਹ ਜੈਕਾਰਾ ਨਾ ਗਜਾਉਣ, ਪਰ ਜਿਹੜੇ ਦਿਲੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੀ ਆਨ ਸ਼ਾਨ ਨੂੰ ਸਮਰਪਿਤ ਨੇ ਤੇ ਆਪਣੇ ਲੋੜ ਪੈਣ ਤੇ ਪ੍ਰਾਣ ਵੀ ਭੇਟਾ ਕਰ ਸਕਦੇ ਨੇ, ਉਹ ਜੈਕਾਰਾ ਜ਼ਰੂਰ ਬੁਲਾਓ। ਇੱਕ ਗੁਰਸਿੱਖਾਂ ਨੇ ਕਦੇ ਵੀ ਕਿਸੇ ਦਾ ਅਪਮਾਨ ਨਹੀਂ ਕੀਤਾ। ਪੈ ਕਾਹੂ ਕੋ ਦੇਤ ਨੈ, ਡਰਾਉਣ ਦਾ ਯਤਨ ਨਹੀਂ ਕੀਤਾ ਤੇ ਕਿਸੇ ਦਾ ਭੈ ਪ੍ਰਵਾਨ ਵੀ ਨਹੀਂ ਕੀਤਾ। ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸਾਡੇ ਤਖਤ ਸਾਹਿਬਾਨ ਦਾ ਬਲ ਕੋਈ ਘਟ ਨਹੀਂ ਗਿਆ, ਖਾਲਸੇ ਦਾ ਜਜ਼ਬਾ ਕੋਈ ਮਿਟ ਨਹੀਂ ਗਿਆ। ਇਹ ਤਾਂ ਨਵੇਂ ਸੂਰਜ, ਨਵਾਂ ਜਜ਼ਬਾ ਪੈਦਾ ਹੁੰਦਾ ਹੈ। ਸਤਿਗੁਰੂ ਜੀ ਦੀ ਸ਼ਾਨ ਦਾ ਸਿੱਖ ਰਖਵਾਲਾ ਹੈ, ਹਰ ਮਜ਼ਬੂਰ ਦਾ ਸਿੱਖ ਰਖਵਾਲਾ ਹੈ। ਅਸੀਂ ਤਾਂ ਦੂਜਿਆਂ ਦਾ ਧਰਮ ਬਚਾਉਣ ਲਈ ਇਤਿਹਾਸ ਪੜ੍ਹਿਆ ਹੈ। ਨਾਵੇਂ ਜਾਮੇ 'ਚ ਗੁਰੂ ਨਾਨਕ ਨੇ ਆਪਣਾ ਸੀਸ ਚਾਂਦਨੀ ਚੌਂਕ ਬਲੀਦਾਨ ਦਿੱਤਾ ਹੈ। ਸਿੱਖਾਂ ਨੇ ਆਰੇ ਆਪਣੇ ਤਨ ਤੇ ਸਹਾਰੇ, ਦੇਗਾਂ ਵਿੱਚ ਉਬਲੇ ਨੇ, ਰੂਹਾਂ ਵਿੱਚ ਬੰਨ੍ਹ ਕੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਕਿ ਹੋਰ ਕਿਸੇ ਦੇ ਧਰਮ ਤੇ ਵੀ ਅਸੀਂ ਆਂਚ ਨਹੀਂ ਆਉਣ। ਤੇ ਜਿਹੜਾ ਇਸ ਤਰ੍ਹਾਂ ਕਰ ਸਕਦਾ ਹੈ, ਉਹਦੇ ਆਪਣੇ ਧਰਮ ਤੇ ਆਂਚ ਕਿੱਥੋਂ ਆ ਸਕਦੀ? ਗੁਰੂ ਸਦਾ ਰਾਖਾ ਹੈ। ਗੁਰੂ ਨੇ ਸਦਾ ਹੀ ਸਿੱਖ ਦੀ ਰਾਖੀ ਕਰਨੀ ਹੈ। ਔਰ ਦੁਨੀਆ ਭਰ ਵਿੱਚ ਗੁਰੂ ਦੇ ਦੀਵਾਨ ਤੇ ਗੁਰੂ ਦੇ ਨਿਸ਼ਾਨ ਝੁੱਲਦੇ ਹੀ ਰਹਿਣੇ ਨੇ, ਮਿਟਾਉਣ ਵਾਲਾ ਕੋਈ। ਮਿਟਾਉਣ ਵਾਲੇ ਆਪ ਮਿਟ ਗਏ ਨੇ, ਮਿਟ ਜਾਣ। ਸਤਿਗੁਰੂ ਜੀ ਦੀ ਐਸੀ ਸੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੱਤਾ ਦਾ, ਬਲ ਦਾ ਘਰ ਘਰ ਵਿੱਚ ਜ਼ਿਕਰ ਹੈ ਕਿ ਜਿਹੜਾ ਚੜ੍ਹ ਕੇ ਆਇਆ ਫਿਰ ਜਿਉਂਦਾ ਵਾਪਸ ਆਪਣੇ ਘਰ ਨਹੀਂ ਗਿਆ। ਚਾਰ ਬਾਰ ਕਰ ਰਾਰ ਖਪਾਏ, ਜੀਵਤ ਕੋ ਨਹਿ ਸਦਨ ਪਠਾਏ। ਬਿਦਤਿਓ ਜਗਤ ਬਿਲੰਦ ਪ੍ਰਸੰਗ, ਮਰੇ ਹਜ਼ਾरों ਜੋਧਾ ਸੰਗ। ਭਾਵੇਂ ਹਜ਼ਾਰਾਂ ਯੋਧੇ ਮਹਾਰਾਜ ਜੀ ਦੇ ਘਰ ਤੇ ਹਮਲਾਵਰ ਹੋ ਕੇ ਆਏ, ਉਹਨਾਂ 'ਚ ਇੱਕ ਵੀ ਬਚ ਕੇ ਨਹੀਂ ਗਿਆ। ਇਹ ਇਤਿਹਾਸ ਗਵਾਹ ਹੈ। ਤੇ ਜਿੱਤ ਦਾ ਵੀ ਕੋਈ ਅਭਿਮਾਨ ਨਹੀਂ, ਬਲਕਿ ਸਨਮਾਨ ਸਹਿਤ ਸ਼ੁਕਰਾਨਾ ਹੈ। ਭਈ ਜੀਤ ਮੇਰੀ, ਕਿਰਪਾ ਕਾਲ ਕੇ। ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਗਲੇ ਬਚਨ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਦੇਸ ਵਿਦੇਸਨ ਵਿਦਵਾ ਤੁਰਕਨ, ਦੇਸ਼ਾਂ ਵਿਦੇਸ਼ਾਂ ਵਿੱਚ ਤੁਰਕਾਂ ਦੀਆਂ ਵਿਧਵਾਵਾਂ। ਇਹਨਾਂ ਨੂੰ ਵਿਧਵਾ ਸਤਿਗੁਰੂ ਜੀ ਨੇ ਨਹੀਂ ਕੀਤਾ, ਇਹਨਾਂ ਦੇ ਖਾਵੰਦਾ ਨਹੀਂ ਕੀਤਾ, ਕਿਉਂਕਿ ਨਾ ਚੜ੍ਹ ਕੇ ਜਾਂਦੇ ਤੇ ਕਿਵੇਂ ਮਰਦੇ। ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਜੀ ਦੇ ਹੱਥੋਂ ਹਮਲਾਵਰ ਹੋ ਕੇ ਆਏ, ਮਾਰੇ ਗਏ ਤੁਰਕਾਂ ਦੀਆਂ ਵਿਧਵਾਵਾਂ। ਰੁੱਧ ਤਿਕਨੀ ਸਿਰ ਛਾਤੀ ਹਨ ਹਨ, ਬਹੁਤ ਆਪਣੇ ਸਰੀਰ ਨੂੰ ਪਿੱਟ ਪਿੱਟ ਕੇ ਉੱਚੀ ਉੱਚੀ ਰੋਂਦੀਆਂ ਹਨ ਕਿ ਸਾਡੇ ਪਤੀ ਗੁਰੂ ਹਰਗੋਬਿੰਦ ਸਾਹਿਬ ਤੇ ਚੜ੍ਹ ਕੇ ਕਿਉਂ, ਹਮਲਾਵਰ ਹੋ ਕੇ ਕਿਉਂ ਗਏ। ਜੇ ਨਾ ਹਮਲਾਵਰ ਹੁੰਦੇ ਤਾਂ ਸਾਡਾ ਸੁਹਾਗ ਬਚਿਆ ਰਹਿੰਦਾ। ਲਰੇ ਗੁਰੂ ਸੋ ਪੀਰ ਜੋ ਪੀਰ, ਐਨੀ ਵੱਡੀ ਮੂਰਖਤਾ ਕੀਤੀ ਜੋ
ਮਹਾਂਪੁਰਖਾਂ ਦਾ ਵੱਡਾ ਮਹਾਂਪੁਰਖ ਹੈ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਉਸ ਵੱਡੇ ਪੁਰਖ ਵੱਡੇ ਪੀਰ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾਵਰ ਹੋਏ, ਜਾ ਕੇ ਲੜੇ। ਕਰਾਮਾਤ ਕਾਮਲ ਬੜ ਮੀਰ। ਉਹ ਪੀਰਾਂ ਦੇ ਪੀਰ ਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹਨ, ਸਾਰੀਆਂ ਕਰਾਮਾਤਾਂ ਦੇ ਮਾਲਕ ਹਨ। ਆਰਿਓ ਸੋ ਮਾਰਿਓ, ਬਚਿਓ ਭਲਾਇਓ। ਜਿਹੜਾ ਉਹਨਾਂ ਦੇ ਸਾਹਮਣੇ ਅੜਿਆ ਹੈ ਉਹ ਮਾਰਿਆ ਗਿਆ, ਉਹ ਬਚ ਨਹੀਂ ਸਕਿਆ। ਤੇ ਜਿਹੜਾ ਜਾ ਕੇ ਵੀ ਜੇ ਦੌੜ ਗਿਆ ਤੇ ਉਹਦੇ ਪ੍ਰਾਣ ਬਚ ਗਏ। ਹਜਰਤ ਲਸ ਕਰ ਬ੍ਰਿੰਦ ਮਰਾਇਓ। ਇਸ ਤਰ੍ਹਾਂ ਬਾਦਸ਼ਾਹ ਨੇ ਬ੍ਰਿੰਦ ਬਹੁਤ ਸਾਰੀਆਂ ਆਪਣੀਆਂ ਸੈਨਾਵਾਂ ਮਰਵਾ ਲਈਆਂ। ਸਭ ਦੇਸਨ ਮਹਿ ਮੁਗਲ ਪਠਾਨ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਮੁਗਲ ਪਠਾਨ ਜਿਹੜੇ ਸਨ, ਸੈਯਦ ਆਦਿ ਸਬੰਦੀ ਜਾਨ। ਸੈਯਦ ਆਦਿਕ ਜਿਹੜੇ ਉਹਨਾਂ ਦੇ ਸੰਬੰਧੀ ਸਨ, ਮਿਲ ਮਿਲ ਸਿਫਤ ਕਨੀ ਕੋ। ਠਾਨਤ ਮਿਲ ਮਿਲ ਕੇ ਆਪਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਸਿਫਤ ਕਰਦੇ, ਵਡਿਆਈ ਕਰਦੇ ਹਨ। ਵੱਡੇ ਬਹਾਦਰ ਬਹੁਤ ਬਖਾਨਤ। ਇਹ ਸਾਰੇ ਕਹਿੰਦੇ ਨੇ ਬਈ ਗੁਰੂ ਹਰਗੋਬਿੰਦ ਸਾਹਿਬ ਬਹੁਤ ਵੱਡੇ ਬਹਾਦਰ। ਵਾਕਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਜਦਾ ਰੂਪ 'ਚ ਬੋਲ ਆਖੇ ਨੇ, ਦਲ ਪੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਉਹਨਾਂ ਬਾਰੇ ਸਜਦੇ ਰੂਪ 'ਚ ਬੋਲ ਮੌਜੂਦ ਹਨ। ਉਹਨਾਂ ਵਰਗਾ ਕੋਈ ਬਹਾਦਰ ਵੀ ਨਹੀਂ, ਉਹਨਾਂ ਵਰਗਾ ਕੋਈ ਦਿਆਲੂ ਵੀ ਨਹੀਂ। ਇਹ ਜਿਹੜੇ ਚੜ੍ਹ ਕੇ ਆਏ ਨੇ ਉਹਨਾਂ ਦੇ ਪਰਿਵਾਰ ਵੀ ਮਹਾਰਾਜ ਦੀ ਸਿਫਤ ਸਲਾਹ ਕਰਦੇ ਹਨ। ਅਲਪ ਚਮੂ ਜੁਤ ਰਹਿਤ ਹਮੇਸ਼ਾ। ਥੋੜੀ ਜਿਹੀ ਸੈਨਾ ਹੀ ਉਹਨਾਂ ਦੇ ਕੋਲ ਹੁੰਦੀ ਹੈ ਹਮੇਸ਼ਾ। ਲਾਖੋਂ ਆਵਤ ਹਤ ਹੈ ਹਮ ਅਸੇਸਾ। ਤੇ ਜੇ ਲੱਖਾਂ ਵੀ ਚੜ੍ਹ ਕੇ ਆ ਜਾਣ ਤੇ ਉਹ ਥੋੜੀ ਜਿਹੀ ਸੈਨਾ ਉਹਨਾਂ ਨੂੰ ਵਾਪਸ ਜ਼ਿੰਦਾ ਨਹੀਂ ਜਾਣ। ਆਪ ਨੇ ਦੇਖ ਹੀ ਲਿਆ, ਸਾਰਾ ਗੜੀ ਦੇ ਯੁੱਧ ਵਿੱਚ ਦੇਖਿਆ, ਥੋੜੇ ਜਿਹੇ ਖਾਲਸੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਮੁਗਲਾਂ ਤੇ ਪਠਾਣਾਂ ਦਾ ਉਹਨਾਂ ਨੇ ਤਹਿਸ ਨਹਿਸ ਕਰ ਦਿੱਤਾ। ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ 10 ਲੱਖ ਤੇ 40, ਇਹ ਗਿਣਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦਿੱਤੀ। ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ। ਗੁਰਿਸਨਾ ਚੇ ਕਾਰੇ ਕੁਨਦ ਚਹਿਲ ਨਰ, ਕਿ 10 ਲੱਖ ਬਰਾਇਤ ਬਰੋ ਬੇਖਬਰ। ਇੱਕ ਤਾਂ ਕਈਆਂ ਦਿਨਾਂ ਦਾ ਉਹਨਾਂ ਨੂੰ ਭੋਜਨ ਵੀ ਨਹੀਂ ਮਿਲਿਆ, ਤੇ ਜੇ 10 ਲੱਖ ਦੇ ਸਾਹਮਣੇ ਕੋਈ ਆਮ ਭੁੱਖੇ ਭਾਣੇ 40 ਬੰਦੇ ਹੋਣ ਤਾਂ ਕੀ ਕਰ ਸਕਦੇ। ਪਰ ਚਮਕੌਰ ਦੀ ਜੰਗ ਵਿੱਚ ਇਸ ਲਈ ਇਹ 40 ਜਿੱਤ ਗਏ। ਗੁਰੂ ਸਾਹਿਬ ਉੱਥੋਂ ਅੱਗੇ ਜਾਣ 'ਚ ਸਫਲ ਹੋ ਗਏ। ਤੁਹਾਡਾ ਖਾਲਸਾ ਪੰਥ ਜੀ ਹੁਕਮ ਮੰਨ ਗਏ। ਪਰ ਇਸ ਜਿੱਤ ਦੇ ਸਾਹਮਣੇ ਇਨਸਾਨੀ ਬਲ ਨਹੀਂ ਹੈ, ਰੱਬੀ ਬਲ ਡਿਵਾਈਨਲੀ ਹੋਇਆ। ਪਾਰ ਬ੍ਰਹਮ ਪਰਮੇਸ਼ਵਰ ਦੀ ਆਪਣੀ ਕਲਾ ਵਾ। ਤੇ 40 ਸਿੱਖ ਮਹਾਰਾਜ ਜੀ ਦੀ ਮਿਹਰ ਸਦਕਾ 10 ਲੱਖ ਤੋਂ ਫਤਿਹ ਪਾ ਗਏ। ਸਰੀਰ ਤਾਂ ਜਾਂਦਾ ਹੀ ਹੈ, ਸਰੀਰ ਸਦਾ ਰਹਿਣ ਵਾਲਾ ਨਹੀਂ, ਇਹਦਾ ਮਾਣ ਵੀ ਨਹੀਂ ਕਰਨਾ ਚਾਹੀਦਾ। ਕਹਾ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਬਿਮਾਰੀ ਨਾਲ ਚਲਾ ਜਾਏਗਾ, ਰੋਗ ਨਾਲ ਚਲਾ ਜਾਏਗਾ, ਕਿਸੇ ਹਾਦਸੇ 'ਚ ਵੀ ਜਾ ਸਕਦਾ ਹੈ। ਪਰ ਸਫਲ ਹੈ ਉਹਨਾਂ ਦਾ ਜਾਣਾ ਜਿਨ੍ਹਾਂ ਦਾ ਸਰੀਰ ਗੁਰੂ ਦੀ ਸੇਵਾ ਵਿੱਚ ਸਮਰਪਿਤ ਹੋ, ਜੀਵਨ ਗੁਰੂ ਦੀ ਲੇਖੇ ਵਿੱਚ ਸੇਵਾ ਵਿੱਚ ਲੱਗ ਗਏ। ਇਹ 40 ਦੇ ਜਿੱਤ ਦੀ ਤੇ 10 ਲੱਖ ਦੀ ਸੈਨਾ ਦੀ ਹਾਰ ਦਾ ਮੈਂ ਅਰਜ਼ ਕਰਾਂ ਜ਼ਿਕਰ ਰਹਿੰਦੀ ਦੁਨੀਆ ਤੱਕ ਰਹੇਗਾ। ਕੋਈ ਇਸ ਨੂੰ ਨੈਗਲੈਕਟ ਨਹੀਂ ਕਰ ਸਕਦਾ।
ਇਹ ਸਾਰੇ ਜ਼ਿਕਰ ਆਪਸ ਕਰਦੇ ਨੇ ਕਿ ਲੱਖੋਂ ਆਵੇਂ ਹੱਥੈਂ ਅਸ਼ੇਸ਼ਾ, ਚੰਗੀ ਤਰ੍ਹਾਂ ਉਹ ਸਾਰਿਆਂ ਦਾ ਨਾਸ਼ ਕਰ ਦਿੰਦੇ ਨੇ, ਭਾਵੇਂ ਥੋੜੇ ਜਿਹੇ ਹੀ ਸੂਰਮੇ ਹੁੰਦੇ ਹਨ। ਕਿਸ ਕੋ ਸੁਤ ਰੋਵਤ ਬਿਲ ਲਾਵੇ। ਇਹਨਾਂ ਦੇ ਇਸ ਜਗਨ ਪਾਪ ਕਰਕੇ ਜੋ ਗੁਰੂ ਸਾਹਿਬ ਜੀ ਤੇ ਹਮਲਾਵਰ ਹੋਏ ਤੇ ਇਹਨਾਂ ਦੇ ਬੱਚੇ ਯਤੀਮ ਹੋ ਗਏ, ਰੋਂਦੇ ਹਨ। ਕੋ ਭਰਾਤਾ ਸਿਮਰਤ ਦੁਖ ਪਾਵੇ। ਕਿਸੇ ਦਾ ਭਰਾ ਆਪਣੇ ਭਰਾ ਦੀ ਮੂਰਖਤਾ ਕਰਕੇ, ਮੂਰਖਤਾ ਸੀ ਮਹਾਰਾਜ ਤੇ ਹਮਲਾਵਰ ਹੋਣਾ, ਉਹਦੇ ਪ੍ਰਾਣ ਚਲੇ ਗਏ ਤੇ ਭਰਾ ਰੋਂਦੇ ਹਨ। ਚਚਾ ਭਤੀਜਾ ਕਿਤਕ ਪੁਕਾਰੈ। ਕਿਸੇ ਦਾ ਕੋਈ ਚਾਚਾ, ਕਿਸੇ ਦਾ ਕੋਈ ਭਤੀਜਾ, ਕੋਈ ਰਿਸ਼ਤੇਦਾਰ, ਇਹਨਾਂ ਦੀ ਇਸ ਭਿਆਨਕ ਗਲਤੀ ਕਰਕੇ ਜਿਹੜਾ ਇਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ, ਇਹਨਾਂ ਦੇ ਪ੍ਰਾਣ ਨਾਸ਼ ਹੋਏ, ਪਰਿਵਾਰਕ ਜਨ ਰੁਦਨ ਕਰਦੇ ਹਨ। ਕਿਸ ਕੋ ਪਿਤ ਸੁਤ ਗੁਣਨ ਉਚਾਰੈ। ਕਿਸੇ ਦਾ ਪਿਤਾ ਆਪਣੇ ਨੌਜਵਾਨ ਪੁੱਤਰ ਦੇ ਗੁਣ ਯਾਦ ਕਰ ਕਿ ਉਹ ਇਹ ਕਹਿੰਦਾ ਸੀ, ਉਹ ਇਹ ਕਹਿੰਦਾ ਸੀ, ਪਰ ਮਹਾਰਾਜ ਤੇ ਹਮਲਾ ਕਰਨ ਕਰਕੇ ਉਹਦੇ ਪ੍ਰਾਣਾਂ ਦਾ ਨਾਸ਼ ਹੋ ਗਿਆ। ਦੇ ਸਭ ਦੇਸ ਤੁਰਕ ਤੁਕ ਤੁਰਕਾਣੀ। ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦਿਨਾਂ 'ਚ ਦੇਸ਼ ਛੋਟੇ ਛੋਟੇ ਹੁੰਦੇ ਸੀ, ਹਜ਼ਾਰ ਕੋਈ 3500 ਤੋਂ ਵੱਧ ਦੇਸ਼ ਮਿਲੇ ਨੇ ਤੇ ਤਾਂ ਇਹ ਇੰਡੀਆ ਬਣਿਆ। ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਤੁਰਕ ਤੇ ਤੁਰਕਾਣੀਆਂ ਜਿਹੜੀਆਂ ਹਨ ਉਹ ਰੁਦਨ ਕਰਦੀਆਂ ਹਨ। ਕੋ ਆਵਤ ਕੋ ਜਾਤ ਮੁਕਾਣੀ। ਔਰ ਇਸ ਤਰ੍ਹਾਂ ਦੇ ਨਾਲ ਕੋ ਆਵਤ ਕੋ ਜਾਤ ਮੁਕਾਣੀ, ਮਕਾਣਾ ਇੱਕ ਦੂਜੇ ਦੇ ਘਰਾਂ ਵਿੱਚ ਜਾ ਰਹੀਆਂ ਹਨ। ਜਿਤ ਕਿਤ ਗ੍ਰਾਮ ਨਗਰ ਸਮੁਦਾਇਆ। ਔਰ ਇਸ ਤਰ੍ਹਾਂ ਦੇ ਨਾਲ ਜਿਤ ਕਿਤ ਗ੍ਰਾਮ ਨਗਰ ਸਮੁਦਾਇਆ, ਜਿੱਥੇ ਕਿਤੇ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਸੁਨਤ ਸ਼ਬਦ ਗਨ ਰੁਦਨ ਉਠਾਇਆ। ਹਰ ਪਾਸੇ ਇਹਨਾਂ ਦੇ ਰੋਣ ਦੀ ਆਵਾਜ਼ ਹੈ, ਕਿਉਂਕਿ ਬਹੁਤ ਸਾਰੇ, ਕੋਈ ਲੱਖ ਦੇ ਕਰੀਬ ਪਠਾਨ ਹਮਲਾਵਰ ਸ੍ਰੀ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਪੈਂਦੇ ਖਾਨ ਸਮੇਤ, ਉਹਦੇ ਦਮਾਦ ਸਮੇਤ ਔਰ ਕਾਲੇ ਖਾਂ, ਇਸ ਤਰ੍ਹਾਂ ਕੁਤਬ ਖਾਨ ਆਦਿਕਾਂ ਦੇ ਨਾਲ ਮਾਰੇ ਗਏ ਸਨ। ਮਿਲ ਮਿਲ ਪੀਟਤ ਸਿਰ ਮੁਖ ਛਾਤੀ। ਔਰ ਇਸ ਤਰ੍ਹਾਂ ਮਿਲ ਮਿਲ ਕੇ ਆਪਣੇ ਸਿਰ ਤੇ ਦੁਹੱਥੜਾ ਮਾਰਦੇ ਨੇ ਬਈ ਸਾਡਾ ਇਹ ਮਾੜਾ ਭਾਗ ਕਿਉਂ ਹੋ ਗਿਆ ਕਿ ਸਾਡੇ ਪਰਿਵਾਰ ਦੇ ਸੈਨਿਕ ਮਹਾਰਾਜ ਤੇ ਹਮਲਾਵਰ ਹੋਏ। ਲਹਿ ਨਾਮ ਗੁਣ ਕਰ ਬਖਿਆਤੀ। ਆਪਣੇ ਆਪਣੇ ਸੰਬੰਧੀਆਂ ਦੇ ਨਾਮ ਲੈ ਕੇ ਉਹਨਾਂ ਦੇ ਗੁਣ ਯਾਦ ਕਰਕੇ ਰੋਂਦੇ ਹਨ। ਇਮ ਜਗ ਮਹਿ ਬੜ ਮਾਚੋ ਸੋਰ। ਇਸ ਤਰ੍ਹਾਂ ਸਾਰੇ ਲੱਗਦਾ ਪੂਰੇ ਭਾਰਤ ਵਿੱਚ ਹੀ ਸ਼ੋਰ ਮਚਿਆ ਹੋਇਆ ਹੈ, ਤੁਰਕਾਣੇ ਵਿੱਚ ਸਾਰੇ ਭਨ ਹੈ ਵੀਰਤਾ ਸਤਿਗੁਰ ਜੋਰ। ਇਹ ਸਾਰੇ ਗੁਰੂ ਸਾਹਿਬ ਜੀ ਦੀ ਵੀਰਤਾ ਤੇ ਬਲ ਦੀ ਤਾਰੀਫ ਕਰਦੇ ਹਨ। ਸੁਣ ਸੁਣ ਸਿੱਖ ਸੰਗਤ ਹਰ ਖਾਵੇ। ਤੇ ਮਹਾਰਾਜ ਜੀ ਦੇ ਬਲ ਦਾ ਜ਼ਿਕਰ ਸੁਣ ਸੁਣ ਕੇ ਸਭ ਸਿੱਖ ਸੰਗਤਾਂ ਹਰਸ਼ਿਤ ਹੁੰਦੀ, ਜਿਵੇਂ ਆਪ ਸਾਰੇ ਮਹਾਰਾਜ ਜੀ ਦੇ ਗੁਣ ਸੁਣ ਕੇ, ਉਹਨਾਂ ਦਾ ਪਰਾਕਰਮ ਸੁਣ ਕੇ, ਉਹਨਾਂ ਦੀ ਦਇਆ ਸੁਣ ਕੇ ਖੁਸ਼ ਹੁੰਦੇ ਹੋ ਨਾ, ਇਸ ਤਰ੍ਹਾਂ ਉਸ ਵੇਲੇ ਵੀ ਮਹਾਰਾਜ ਦੀ ਵਡਿਆਈ ਸੁਣ ਕੇ ਤੇ ਸਿੱਖ ਸੰਗਤਾਂ ਪ੍ਰਸੰਨ ਹੁੰਦੀਆਂ ਹਨ। ਦੇ ਸਭ ਦੇਸਨ ਤੇ ਚਲ ਆਵੇ। ਮਹਾਰਾਜ ਜੀ ਦੇ ਗੁਣ ਸੁਣ ਕੇ ਦੂਰ ਦਰਾਜ਼ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ। ਮਗ ਮਹਿ ਸੁਨਤ ਆਏ ਬਿਰਤਾਂਤ। ਔਰ ਇਸ ਤਰ੍ਹਾਂ ਦੇ ਨਾਲ ਰਸਤੇ ਵਿੱਚ ਮਹਾਰਾਜ ਜੀ ਦੇ ਬਿਰਤਾਂਤ ਸੁਣਦੇ ਆਉਂਦੇ ਹਨ। ਜਹ ਕੈ ਮਿਲਹਿ ਕਰਹਿ ਨਰ ਬਾਤ। ਜਿੱਥੇ ਕਿੱਥੇ ਵੀ ਲੋਕ ਮਿਲਦੇ ਨੇ ਜ਼ਿਕਰ ਚੱਲਦਾ ਬਈ ਸ਼ਾਹਜਹਾਨ ਦੀਆਂ ਸੈਨਾਵਾਂ ਨੂੰ ਹੋਰ ਕੋਈ ਹਰਾਉਣ ਵਾਲਾ ਨਹੀਂ ਹੈ, ਸਿਰਫ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਹਰਾਇਆ, ਇਹਨਾਂ ਨੂੰ ਟਿਕਾਣੇ ਕੀਤਾ ਹੈ। ਏਕ ਦਿਵਸ ਬਾਬਾ ਗੁਰ ਦਿੱਤਾ। ਇਸ ਤਰ੍ਹਾਂ ਇੱਕ ਦਿਨ ਮਹਾਰਾਜ ਜੀ ਦੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਚੜੇ ਅਖੇਰ ਕਰਨ ਦੇ ਚਿੱਤਾ।
ਦਿੱਤਾ। ਉਹ ਸ਼ਿਕਾਰ ਵਾਸਤੇ ਚੜੇ ਹਨ। ਕੇਤਕ ਸਾਥ ਚਲੇ ਅਸਵਾਰ। ਕੁਝ ਸਿੱਖ ਸੈਨਿਕ ਸਵਾਰ ਵੀ ਉਹਨਾਂ ਦੇ ਨਾਲ ਹਨ। ਚਪਲ ਤੁਰੰਗਮ ਜੀਨਨ ਡਾਰ। ਬਹੁਤ ਸੋਹਣੇ ਤੇਜ਼ ਚੱਲਣ ਵਾਲੇ ਚਲਾਕ ਘੋੜਿਆਂ ਤੇ ਕਾਠੀਆਂ ਪਾ ਕੇ ਚੱਲੇ ਹਨ। ਸੰਗ ਤੁਫੰਗ ਲਈ ਕਸ ਗੋਰੀ। ਇਸ ਤਰ੍ਹਾਂ ਉਹਨਾਂ ਦੇ ਕੋਲ ਜਵਾਲਾ ਬੰਮਣੀ ਬੰਦੂਕਾਂ ਵੀ ਹਨ ਤੇ ਉਹਨਾਂ ਵਿੱਚ ਗੋਲੀਆਂ ਕੱਸ ਲਈਆਂ, ਲੋਡ ਕੀਤੀਆਂ ਹੋਈਆਂ। ਉਹਨਾਂ ਦਿਨਾਂ 'ਚ ਬਾਰੂਦ ਨਾਲ ਗੱਜ ਭਰ ਕੇ ਠੋਕ ਕੇ ਫਿਰ ਉਹਨੂੰ ਗੋਲੀ ਕੱਸਣਾ ਕਹਿੰਦੇ ਸੀ। ਤੇ ਇਸ ਤਰ੍ਹਾਂ ਫਿਰ ਪਲੀਤਾ ਲਾ ਕੇ ਉਹ ਬੰਦੂਕਾਂ ਚੱਲਦੀਆਂ ਸਨ, ਤੋਪਾਂ ਦੀ ਤਰ੍ਹਾਂ। ਤੋਪਾਂ ਵੀ ਇਸ ਤਰ੍ਹਾਂ ਹੀ ਚੱਲਦੀਆਂ ਸਨ। ਉਹਨਾਂ ਨੇ ਆਪਣੇ ਸਾਰੇ ਸ਼ਸਤਰ ਤਿਆਰ ਕਰ ਲਏ ਬਾਬਾ ਗੁਰਦਿੱਤਾ ਜੀ ਦੇ ਨਾਲ ਸ਼ਿਕਾਰ ਜਾਣ ਵਾਸਤੇ। ਉੱਠ ਪ੍ਰਭਾਤ ਗਮਨੇ ਬਣ ਓਰੀ। ਇਸ ਤਰ੍ਹਾਂ ਸਵੇਰੇ ਜਾਗ ਕੇ ਬਾਬਾ ਗੁਰਦਿੱਤਾ ਜੀ ਦੇ ਆਦੇਸ਼ ਨਾਲ ਜੰਗਲ ਵਾਲਾ ਖੇਡ ਬਿਰਤ ਕਰਨ ਲਈ ਚੱਲ ਪਏ। ਹੋ ਜਾਤ ਫਿਰਤ ਸਮੇਂ ਗਣ ਸੂਕਰ। ਬਹੁਤ ਸਾਰੇ ਸੂਰ ਜਿਹੜੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਸਨ ਔਰ ਹਮਲਾ ਵੀ ਕਰ ਦਿੰਦੇ ਸਨ, ਕਈਆਂ ਨੂੰ ਮਾਰਿਆ ਵੀ ਸੀ, ਉਹਨਾਂ ਦਾ ਸ਼ਿਕਾਰ ਕਰ ਰਹੇ ਹਨ, ਲੱਭ ਰਹੇ ਹਨ। ਮਿਰਗਨ ਅਨੇਕਨ ਲੈ ਸੰਗ ਕੂਕਰ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਨੇ, ਮਿਰਗਨ ਅਨੇਕਾਂ ਮਿਰਗ ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਸ਼ਿਕਾਰ ਕਰਨ ਲਈ ਕੁੱਕਰ ਆਦਿਕ ਲੈ ਕੇ। ਹੋ ਜਾਤ ਫਿਰਤ ਗਨ ਸਮੇਂ ਗਣ ਸੂਕਰ। ਔਰ ਇਸ ਤਰ੍ਹਾਂ ਦੇ ਨਾਲ ਉਹ ਜਿਹੜੇ ਭਿਆਨਕ ਸੂਰ ਨੇ ਜੰਗਲ ਦੇ, ਉਹਨਾਂ ਨੂੰ ਮਾਰਨ ਵਾਸਤੇ ਗਿਰ ਕੀ ਜਰਨ ਵਿਖੇ ਵਿਚਰੰਤੇ। ਜਿਹੜੀਆਂ ਪਹਾੜਾਂ ਦੀਆਂ ਛੋਟੀਆਂ ਛੋਟੀਆਂ ਕੰਦਰਾਂ ਹਨ, ਪਹਾੜਾਂ ਦੀਆਂ ਜੜ੍ਹਾਂ ਹਨ, ਉਧਰ ਸਾਰੇ ਉੱਚਾ ਨੀਚ ਥਲ ਚੜ ਉਤਰੰਤੇ। ਉੱਚੀਆਂ ਜਗ੍ਹਾ ਤੇ ਚੜ ਜਾਂਦੇ ਨੇ, ਫਿਰ ਨੀਵੀਂ ਜਗ੍ਹਾ ਤੇ ਵੀ ਆ ਜਾਂਦੇ। ਉੱਚੀਆਂ ਨੀਵੀਆਂ ਘਾਟੀਆਂ ਨੇ, ਪਹਾੜੀ ਇਲਾਕਾ ਹੈ। ਸ੍ਰੀ ਕੀਰਤਪੁਰ ਸਾਹਿਬ ਪਹਾੜ ਦੀ ਜੜ ਵਿੱਚ ਵਸਿਆ ਹੋਇਆ, ਆਨੰਦਪੁਰ ਸਾਹਿਬ ਦੇ ਨਾਲ ਉਹਨਾਂ ਪਹਾੜੀਆਂ ਤੇ ਫਿਰੇ ਬਹੁਤ ਹੀ ਖੋਜਤ ਝਾਰਨ। ਬਹੁਤ ਸਾਰੇ ਝਾੜੀਆਂ ਆਦਿਕ ਖੋਜੀਆਂ। ਸਤਲ ਬਿਖਮ ਸਮ ਕਰਹਿ ਨਿਹਾਰਨ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ, ਸਥਲ ਬਿਖਮ, ਔਖੇ ਥਾਂ ਨੇ, ਝਾੜੀਆਂ ਆਦਿਕ ਕੰਡੀਲੀਆਂ ਨੇ, ਉੱਚੇ ਨੀਵੇਂ ਥਾਂ ਨੇ, ਉਹਨਾਂ ਨੂੰ ਸਮ ਕਰੇ ਨਿਹਾਰਨ, ਇੱਕੋ ਜਿਹਾ ਦੇਖ ਰਹੇ ਹਨ। ਗੁਰ ਸੁਤ ਵਿਚਰਤ ਭੇ ਬਨ ਮਾਹੀ। ਗੁਰੂ ਪਾਤਸ਼ਾਹ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਬਨ ਵਿੱਚ ਵਿਚਰ ਰਹੇ ਹਨ। ਪ੍ਰਾਪਤ ਕਿਤਹੁ ਹਕੇਰਾ ਨਾਹੀ। ਪਰ ਇਸ ਤਰ੍ਹਾਂ ਦਾ ਕੋਈ ਸ਼ਿਕਾਰ ਆ ਜੋ ਉਹਨਾਂ ਨੂੰ ਨਹੀਂ ਮਿਲਿਆ। ਦਿਵਸ ਚੜਿਓ ਬੜ ਕਾਮ ਉਪੰਨਾ। ਦਿਨ ਵੀ ਵੱਡਾ ਚੜ ਗਿਆ, ਦੁਪਹਿਰਾ ਹੋ ਗਿਆ, ਬੜੀ ਧੁੱਪ ਲੱਗੀ ਹੋਈ ਸੀ, ਬੜੀ ਗਰਮੀ ਸੀ। ਵਿਚਰਤ ਰਹੇ ਨਾ ਕੋ ਮ੍ਰਿਗ ਹੰਨਾ। ਔਰ ਇਸ ਤਰ੍ਹਾਂ ਭਰਮਣ ਤਾਂ ਕਰਦੇ ਰਹੇ ਪਈ, ਕੋਈ ਮਿਰਗ ਆਦਿਕ ਉਹਨਾਂ ਨੂੰ ਮਿਲਿਆ ਨਾ। ਦੂਰ ਦੂਰ ਲੋ ਫਿਰੇ ਸੂਰ। ਦੂਰ ਦੂਰ ਤੱਕ ਬਾਬਾ ਗੁਰਦਿੱਤਾ ਜੀ ਦੇ ਨਾਲ ਆਏ ਹੋਏ ਸਵਾਰ ਲੱਭ ਰਹੇ ਹਨ ਇਸ ਤਰ੍ਹਾਂ ਦੇ ਪਸ਼ੂਆਂ ਨੂੰ ਜੋ ਨੁਕਸਾਨ ਕਰਦੇ ਹਨ। ਹੋ ਜਤ ਗਿਰਨ ਦਰੀ ਥਲ ਪੂਰ। ਔਰ ਇਸ ਤਰ੍ਹਾਂ ਦੇ ਨਾਲ ਪਹਾੜਾਂ ਦਾ ਵੱਡਾ ਰਸਤਾ ਹੋਵੇ ਤੇ ਦर्रा ਹੁੰਦਾ ਹੈ ਤੇ ਛੋਟੀਆਂ ਛੋਟੀਆਂ ਗਲੀਆਂ ਵਾਂਗ ਉਹਨੂੰ ਦर्री ਕਹਿ ਦਿੰਦੇ। ਉਧਰ ਸਾਰੇ ਭਾਲ ਕਰ ਰਹੇ ਹਨ। ਤੈਨੂੰ ਚਰਤ ਹੁਤੀ ਇੱਕ ਬਨ ਮੈਂ। ਇਸ ਤਰ੍ਹਾਂ ਕੰਦਰਾਵਾਂ ਵਿੱਚ, ਪਹਾੜਾਂ ਦੀਆਂ ਵਿੱਚ ਉਹਨਾਂ ਖੂੰਖਾਰ ਸੂਰਾਂ ਆਦਿਕ ਨੂੰ ਲੱਭ ਰਹੇ ਤੇ ਇਹਨੇ ਨੂੰ ਇੱਕ ਗਊ ਚੁਗ ਰਹੀ ਸੀ। ਸੰਗ ਨੇ ਪਾਤ ਸਮੂਹ ਵਿਚਰਨ ਮੈਂ। ਸੰਘਣਿਆਂ ਪੱਤਿਆਂ ਵਿੱਚ ਤੇ ਦਰਖਤਾਂ ਵਿੱਚ ਉਹ ਚੁਗ ਰਹੀ ਸੀ, ਸਿੰਘ ਦਿਖ ਰਹੇ ਸਨ। ਇੱਕ ਅਸਵਾਰ ਫਿਰਤ ਨੇ ਹੇਰੀ। ਬਾਬਾ ਗੁਰਦਿੱਤਾ ਜੀ ਦੇ ਨਾਲ ਆਏ ਹੋਏ ਇੱਕ ਸਵਾਰ ਨੇ, ਘੋੜ ਸਵਾਰ ਨੇ, ਉਹ ਦੇਖ ਲਈ। ਜਾਣੀ ਗਈ ਨਾ ਦੂਰ ਬੜੇਰੀ। ਪਰ ਜ਼ਿਆਦਾ ਢੰਗ ਨਾਲ ਦੇਖਿਆ ਨਾ ਗਿਆ ਕਿ ਗਊ ਹੈ ਕਿ ਕੋਈ ਹੋਰ ਪਸ਼ੂ, ਕਿਉਂਕਿ ਦੂਰ ਸੀ ਕਾਫੀ। ਔਰ ਮੈਂ ਲਖਿਆ ਸੋ ਪਾੜਾ ਮਹਾ। ਉਹਨਾਂ ਲਿਖਿਆ, ਮਨ ਵਿੱਚ ਸੋਚਿਆ ਉਸ ਘੋੜ ਸਵਾਰ ਨੇ ਜੋ ਇਸ ਬਾਬਾ ਗੁਰਦਿੱਤਾ ਜੀਆਂ ਦੇ ਨਾਲ ਆਏ ਹੋਏ, ਬਈ ਇਹ ਕੋਈ
ਪਾੜਾ ਇੱਕ 2 ਫੁੱਟ ਦਾ ਉੱਚਾ ਵਿਸ਼ੇਸ਼ ਮਿਰਗ ਹੁੰਦਾ ਹੈ ਜਿਸ ਨੂੰ ਪਾੜਾ ਕਹਿੰਦੇ ਨੇ। ਉਸਨੇ ਉਹ ਸਮਝਿਆ ਸ੍ਰਿੰਗਣ ਸਹਿਤ ਚਰਤ ਹੈ ਇਹਾਂ। ਸਿੰਘ ਜੋ ਨਜ਼ਰ ਆਏ ਤੇ ਉਹਨੇ ਸੋਚਿਆ ਵੀ ਇਹ ਕੋਈ ਵੱਡਾ ਪਾੜਾ ਹੈ ਜਿਹੜਾ ਇੱਥੇ ਚੁਗ ਰਿਹਾ ਹੈ। ਵਿਆਕੁਲ ਹੁਤੋ ਘਾਮ ਤੇ ਸੋਏ। ਉਹ ਘਾਮ ਨਾਲ ਵੀ ਧੁੱਪ ਨਾਲ ਵੀ ਇੱਕ ਤਰ੍ਹਾਂ ਨਾਲ ਵਿਆਕੁਲ ਸੀ। ਵਿਚਰਤ ਅਧਿਕ ਥਕਤ ਪੁਣ ਹੋਏ। ਫਿਰ ਬਹੁਤ ਦੇਰ ਤੋਂ ਸ਼ਿਕਾਰ ਵਿੱਚ ਇਧਰ ਉਧਰ ਖੂੰਖਾਰ ਜਾਨਵਰਾਂ ਨੂੰ ਲੱਭ ਰਹੇ ਸਨ ਤੇ ਥੱਕਿਆ ਹੋਇਆ ਵੀ ਸੀ। ਇਨ ਕਾਰਣ ਤੇ ਨਹਿਨ ਪੁਛਾਨੀ। ਕਾਰਨ ਸਣ ਪਤਾ ਨਾ ਚੱਲ ਸਕਿਆ ਬਈ ਪਾੜਾ ਹੈ ਕਿ ਗਊ ਹੈ। ਦੇਖਤ ਸ੍ਰਿੰਗ ਮਿਰਗ ਲਿਏ ਜਾਨੀ। ਸਿੰਘ ਵੇਖ ਕੇ ਉਹਨੇ ਸੋਚਿਆ ਵੀ ਇਹ ਪੱਕਾ ਪਾੜਾ ਮਿਰਗ ਹੈ। ਨਹ ਤਿਸ ਕੇ ਚਲ ਪਹੁੰਚਿਓ ਨੇਰ। ਤੇ ਲਾਗੇ ਨਾ ਗਿਆ ਇਸ ਕਰਕੇ ਭਾਜ ਨਾ ਮਿਰਗ ਲਿਏ ਜਾਨੀ। ਔਰ ਇਸ ਤਰ੍ਹਾਂ ਦੇ ਨਾਲ ਭਾਜ ਨਾ ਜਾਏ ਮੋਹਿ ਕੋ ਹੇਰ। ਮੈਨੂੰ ਦੇਖ ਕੇ ਉਹ ਮਿਰਗ ਪਾੜਾ ਜਿਹੜਾ ਸਿੰਘਾਂ ਵਾਲਾ ਹੈ ਉਹ ਕਿਤੇ ਭੱਜ ਨਾ ਜਾਵੇ। ਫਿਰਿਓ ਦੂਰ ਤੇ ਤੁਪਕ ਚਲਾਈ। ਉਸਨੇ ਉਸ ਪਾੜਾ ਸਮਝ ਕੇ ਦੂਰੋਂ ਹੀ ਗੋਲੀ ਚਲਾ ਦਿੱਤੀ। ਲਾਗੀ ਸੀਸ ਬਿਖੈ ਤਬ ਜਾਈ। ਉਹ ਸਿੰਘਾਂ ਦਾ ਨਿਸ਼ਾਨਾ ਸੀ ਤੇ ਉਹ ਸਿੱਧੀ ਉਹ ਸਿੰਘਾਂ ਵਾਲੇ ਪਸ਼ੂ ਦੇ ਸਿਰ ਵਿੱਚ ਜਾ ਕੇ ਵੱਜੀ। ਤਤ ਛਿਨ ਧੇਨ ਗਿਰੀ ਉਥਲਾਏ। ਉਸੇ ਵੇਲੇ ਜਦ ਗੋਲੀ ਸਿੱਧੀ ਦਿਮਾਗ ਵਿੱਚ ਲੱਗੀ ਤੇ ਉਹ ਗਊ ਸੀ। ਆਮ ਕਿਸੇ ਦੀ ਪਾਲੀ ਹੋਈ ਗਊ ਉੱਤੇ ਚੁਗ ਰਹੀ ਸੀ ਤੇ ਗਊ ਦਾ ਮਰ ਜਾਣਾ ਬਿਖਮ ਪਾਪ ਮੰਨਿਆ ਜਾਂਦਾ। ਗਊ ਬਹੁਤ ਜਾਗਰਤ ਹੈ, ਇਸ ਕਰਕੇ ਭਾਰਤ ਦੇ ਰਿਸ਼ੀ ਮੁਨੀ ਤਾਂ ਗਊ ਮਾਤਾ ਕਹਿੰਦੇ। ਬੜਾ ਵੱਡਾ ਇਹ ਗੁਨਾਹ ਮਾਨੋ ਹੋ ਗਿਆ ਤੇ ਹੋਇਆ ਅਣਜਾਣਪਣੇ ਵਿੱਚ। ਪ੍ਰਾਣ ਨਾਸ ਹੋਏ ਲਗ ਕਾਏ। ਉਹਦੇ ਪ੍ਰਾਣ ਚਲੇ ਗਏ ਗੋਲੀ ਦਿਮਾਗ ਵਿੱਚ ਲੱਗਣ ਕਰਕੇ। ਰੰਗ ਤਵਾਏ ਜਾਏ ਕਰ ਹੇਰੀ। ਇਸ ਨੇ ਸੋਚਿਆ ਵੀ ਮੈਂ ਸ਼ਿਕਾਰ ਕਰ ਲਿਆ ਤੇ ਘੋੜਾ ਦੌੜਾ ਕੇ ਜਾ ਕੇ ਦੇਖਿਆ ਮਰੀ ਗਊ ਉਥਲੀ ਤਿਸ ਬੇਰੀ। ਗਊ ਜਿਹੜੀ ਉਲਟੀ ਹੋਈ ਪਈ ਹੋਈ ਸੀ, ਮੱਥੇ ਚੋਂ ਜਿੱਥੇ ਗੋਲੀ ਲੱਗੀ ਸੀ ਖੂਨ ਦੀ ਧਾਰਾ ਵਗ ਰਹੀ ਸੀ। ਮਹਾ ਪਾਪ ਤੇ ਪਾਇਓ ਤਰਾਸ। ਮਨ ਡਰ ਗਿਆ ਇਸ ਦਾ ਵੀ ਇਹ ਤੇ ਬਹੁਤ ਵੱਡਾ ਪਾਪ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਤਰ੍ਹਾਂ ਦੇ 4 ਵੱਡੇ ਪਾਪਾਂ ਦਾ ਜ਼ਿਕਰ ਹੈ ਵੀ ਜੇ ਇਹਨਾਂ ਦੀ ਹੱਤਿਆ ਹੋ ਜਾਏ ਤੇ ਮਹਾ ਪਾਪ ਲੱਗਦਾ। ਬ੍ਰਾਹਮਣ ਕੈਲੀ ਘਾਤ, ਕੈਲੀ ਗਊ ਨੂੰ ਕਹਿੰਦੇ ਵੀ ਗਊ ਦੀ ਹੱਤਿਆ ਹੋ ਜਾਏ। ਬ੍ਰਾਹਮਣ ਜਿਸ ਦੇ ਅੰਦਰ ਬ੍ਰਹਮ ਜੋਤ ਜਗੀ ਹੋਵੇ ਉਹਦੀ ਕਿਸੇ ਸੰਤ ਦੀ ਹੱਤਿਆ ਹੋ ਜਾਏ, ਇਹ ਮਹਾ ਪਾਪ ਨੇ। ਬ੍ਰਾਹਮਣ ਕੈਲੀ ਘਾਤ, ਕੰਜਕਾ ਤੇ ਆਪਣੀ ਬੱਚੀ ਦਾ ਕਤਲ ਕਰ ਦੇ, ਭਾਵੇਂ ਜਨਮ ਤੋਂ ਬਾਅਦ ਤੇ ਭਾਵੇਂ ਜਨਮ ਤੋਂ ਪਹਿਲਾਂ ਕੋਈ ਇਹ ਜਗਨ ਪਾਪ ਕਰਦੇ। ਇਹ ਵੱਡੇ ਪਾਪ ਜਿਹੜੇ ਨੇ ਮਹਾ ਪਾਪ, ਬੱਜਰ ਪਾਪ ਮੰਨੇ ਜਾਂਦੇ ਹਨ। ਇਸ ਨੇ ਸੋਚਿਆ ਮੇਰੇ ਕੋਲੋਂ ਬੱਜਰ ਪਾਪ ਹੋਇਆ ਹੈ। ਭਜ ਤੇ ਕਰਤੇ ਭਾਤੇ ਨ ਬਿਨਾਸ਼। ਔਰ ਮੇਰੇ ਹੱਥੋਂ ਗਊ ਦਾ ਕਤਲ ਹੋ ਗਿਆ ਹੈ। ਤੇਰੇ ਮਹਿ ਗਊਨ ਚਰਵਾਹਾ। ਗਊ ਜਿਹੜੀ ਹੈ ਨਾ ਇਹ ਲਗਭਗ ਮਨੁੱਖ ਵਰਗਾ ਹੀ ਸੋਚਦੀ ਹੈ। ਜਿਸ ਤਰ੍ਹਾਂ ਮਨੁੱਖ ਦੁੱਖ ਸੁੱਖ ਮਹਿਸੂਸ ਕਰਦਾ ਹੈ, ਇਸ ਤਰ੍ਹਾਂ ਗਊ ਵੀ ਪਰਿਵਾਰ ਵਿੱਚ ਕੋਈ ਦੁੱਖ ਸੁੱਖ ਹੋਵੇ ਮਹਿਸੂਸ ਕਰਦੀ। ਬਹੁਤ ਜ਼ਿਆਦਾ ਇਹ ਵਿਕਸਿਤ ਇਹਦਾ ਦਿਮਾਗ ਹੈ। ਔਰ ਇਹਨਾਂ ਨੂੰ ਸਿਆਣੇ ਲੋਕ ਤਾਂ ਤਰਨ ਤਾਰਨੀਆਂ ਵੀ ਕਹਿੰਦੇ ਨੇ ਵੀ ਗਊ ਦੀ ਸੇਵਾ ਮਨੁੱਖ ਨੂੰ ਭਵਜਲ ਤੋਂ ਪਾਰ ਕਰ ਦਿੰਦੀ। ਇਹ ਮਨੁੱਖ ਦੇ ਕਤਲ ਵਰਗਾ ਹੀ ਹੋ ਗਿਆ। ਇਹਨਾਂ ਸੋਚਿਆ ਆਏ ਬਿਲੋ ਕਿਉ ਪਾਤਕ ਭਾਰਾ। ਬਈ ਬਹੁਤ ਵੱਡਾ ਪਾਪ ਮੇਰੇ ਕੋਲੋਂ ਹੋ ਗਿਆ ਹੈ। ਇਸ ਪਟ ਸੰਗ ਲੜਨ ਬੋ ਲਗਿਓ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਗਊ ਦੇ ਮਾਲਕ ਸਨ, ਇਤਨੇ ਮੈਂ ਗਊਵਣ ਚਰਵਾਹਾ ਜਿਹੜਾ ਚਾਰਨ ਵਾਲਾ ਸੀ, ਉਹਨੇ ਵੇਖਿਆ ਵੀ ਵੱਡਾ ਪਾਪ ਇਹਨਾਂ ਕੋਲੋਂ ਹੋ ਗਿਆ ਤੇ ਲੜਨ ਲੱਗਾ, ਝਗੜਾ ਕਰਨ ਲੱਗਾ। ਊਚ ਪੁਕਾਰ
ਕਰੀਰ ਸੇ ਤੇ ਪਗਿਓ ਬੜਾ ਕ੍ਰੋਧ ਨਾਲ ਭਰਿਆ ਤੇ ਉੱਚੀ ਉੱਚੀ ਬੋਲਣ ਲੱਗ ਪਿਆ ਚਰਵਾਹਾ। ਤੋਰ ਉਠਾਏ ਜੋਰ ਕੋ ਜਬੈ ਜਦੋਂ ਵੱਡੇ ਜ਼ੋਰ ਲਾ ਕੇ ਉਹਨੇ ਉੱਚੀ ਉੱਚੀ ਸ਼ੋਰ ਕੀਤਾ, ਕਿਤਕ ਪਹਾੜੀ ਮਿਲ ਗਏ ਤਬੈ ਤੇ ਕਿੰਨੇ ਹੀ ਹੋਰ ਚਰਵਾਹੇ ਪਹਾੜੀ ਜੋ ਸਨ ਉਹ ਮਿਲ ਕੇ ਕਹਿ ਸੋ ਲਿਓ ਕਰਹਿ ਬਲ ਭਾਰੀ। ਔਰ ਇਸ ਤਰ੍ਹਾਂ ਉਹਨਾਂ ਨੇ ਉਸ ਘੋੜ ਸਵਾਰ ਨੂੰ ਜੋ ਬਾਬਾ ਗੁਰਦਿੱਤਾ ਜੀ ਦੇ ਨਾਲ ਅਖੇੜ ਬਿਰਤ ਲਈ ਆਇਆ ਸੀ ਪਕੜ ਲਿਆ ਪਹਾੜੀਆਂ ਨੇ। ਅਨੇਕ ਪ੍ਰਕਾਰ ਨਿਕਾਰ ਹੈ ਗਾਰੀ ਅਨੇਕਾਂ ਤਰ੍ਹਾਂ ਨਾਲ ਮੰਦ ਬੋਲ ਉਹਨਾਂ ਨੇ ਆਖੇ। ਤੇਨੂੰ ਲਹਿ ਤੋ ਛੋਰਨ ਕਰੈ ਆਖਿਆ ਇਹ ਸਾਡੀ ਗਊ ਜਿਉਂਦੀ ਕਰੋਗੇ ਤਾਂ ਹੀ ਛੱਡਾਂਗੇ। ਗਊ ਜਿਹੜੀ ਹੈ ਗਊ ਦੇ ਕੇ ਹੀ ਤੁਸੀਂ ਛੁੱਟੋਗੇ, ਨਾਹੇ ਤਬੰਦ ਹੈ ਕਰ ਮਹਿ ਧਰੈ ਨਹੀਂ ਤਾਂ ਤੈਨੂੰ ਘਰ ਵਿੱਚ ਆਪਣੇ ਰੱਸਾ ਪਾ ਕੇ ਬੰਨ੍ਹ ਦੇਵਾਂਗੇ। ਪਰ ਔਰ ਪੁਨ ਔਰ ਸੂਰ। ਇਸ ਤਰ੍ਹਾਂ ਜਦੋਂ ਰੌਲਾ ਪੈ ਗਿਆ, ਉੱਚੀ ਉੱਚੀ ਸ਼ੋਰ ਹੋਇਆ, ਆਪ ਸ਼ਬਦ ਸੁਣਾਈ ਪਏ ਤੇ ਹੋਰ ਵੀ ਘੋੜ ਸਵਾਰ ਜੋ ਬਾਬਾ ਜੀ ਦੇ ਨਾਲ ਆਏ ਸਨ, ਸੁਨ ਸੁਨ ਆਏ ਨਿਕਟ ਜੇ ਦੂਰ ਉਹ ਦੂਰੋਂ ਨੇੜਿਓਂ ਲਾਗੇ ਆ ਗਏ। ਸਿਰ ਗੁਰ ਦਿੱਤੇ ਜਬ ਸੁਧ ਪਾਈ ਇਸ ਤਰ੍ਹਾਂ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਇਹ ਖਬਰ ਮਿਲੀ, ਗਾਏ ਤੁਰਤ ਤੈ ਤੁਰੰਗ ਤਵਾਈ। ਉਹ ਵੀ ਆਪਣਾ ਘੋੜਾ ਦੌੜਾ ਕੇ ਤੇ ਤੁਰੰਤ ਉੱਥੇ ਪਹੁੰਚ ਗਏ ਜਿੱਥੇ ਇਹ ਸਿੱਖ ਸੈਨਿਕ ਕੋਲੋਂ ਭੁਲੇਖੇ ਨਾਲ ਇਹ ਪਾਪ ਹੋ ਗਿਆ। ਪਾਤਕ ਘੋਰ ਬਿਲੋ ਕਿਉ ਜਾਏ ਉਹਨਾਂ ਨੇ ਵੀ ਮਹਿਸੂਸ ਕੀਤਾ ਬਈ ਬਹੁਤ ਵੱਡਾ ਪਾਪ ਹੋਇਆ, ਇਸ ਮਹਾਨ ਚੇਤਨ ਗਊ ਦਾ ਕਤਲ ਹੋ ਗਿਆ ਹੈ। ਅਧਿਕ ਕੋਹੀਆਂ ਸੋਰ ਮਚਾਏ ਕੋ ਕਹਿੰਦੇ ਨੇ ਪਹਾੜ ਨੂੰ, ਜਿਵੇਂ ਕੋ ਤੂਰ ਕਹਿੰਦੇ ਨੇ, ਤੇ ਕੋਈਆ ਪਹਾੜ ਦੇ ਰਹਿਣ ਵਾਲੇ ਬਹੁਤ ਸ਼ੋਰ ਕਰ ਰਹੇ ਹਨ। ਹੈ ਕੇ ਸਹਿਤ ਸੁਪਟ ਕੋ ਗਹਿਓ ਔਰ ਘੋੜੇ ਸਮੇਤ ਉਹਨਾਂ ਨੇ ਸੂਰਮੇ ਨੂੰ ਪਕੜਿਆ ਹੋਇਆ ਹੈ ਬਹੁ ਝਿਰਕਤ ਅਪਰਾਧੀ ਲਹਿਓ ਤੇ ਅਪਰਾਧੀ ਸਮਝ ਕੇ ਬਹੁਤ ਝਿੜਕਾਂ ਦੇ ਰਹੇ ਹਨ। ਮੇਰ ਦੁਲ ਬਾਕ ਗੁਰ ਪੁੱਤਰ ਸੁਨਾਇਓ ਤੇ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਬਹੁਤ ਮਿਠਾਸ ਭਰੇ ਲਹਿਜ਼ੇ ਵਿੱਚ ਆਖਿਆ, ਬਿਨ ਜਾਣੇ ਬੜ ਦੋਸ ਕਮਾਇਓ। ਆਖਣ ਲੱਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਡਾ ਪਾਪ ਹੋ ਗਿਆ, ਪਰ ਜਾਣਕਾਰੀ ਨਹੀਂ ਸੀ, ਪਤਾ ਨਹੀਂ ਸੀ, ਜਾਣ ਬੁੱਝ ਕੇ ਨਹੀਂ ਕੀਤਾ। ਸਭ ਤਜ ਦੇਹੋ ਲਰੇ ਕਿਆ ਹੋਏ ਤੁਸੀਂ ਸਾਰੇ ਇਸ ਗੱਲ ਨੂੰ ਛੱਡ ਦੇਵੋ, ਜੋ ਹੋਣਾ ਸੀ ਹੋ ਗਿਆ, ਤੇ ਹੁਣ ਲੜਨ ਨਾਲ ਕੀ ਫਾਇਦਾ ਹੋਵੇਗਾ। ਮਿਰਤਕ ਭਾਈ ਅਬ ਜੀਐ ਨ ਕੋਏ। ਜਿਹੜਾ ਤੁਸੀਂ ਕਹਿੰਦੇ ਪਏ ਹੋ ਬਈ ਗਊ ਨੂੰ ਜਿਉਂਦਾ ਕਰ ਦੇਵੋ, ਤੇ ਜਿਹੜਾ ਮਰ ਜਾਂਦਾ ਫਿਰ ਜਿਉਂਦਾ ਥੋੜੀ ਹੋ। ਇਹ ਤਾਂ ਭਗਤ ਨਾਮਦੇਵ ਜੀ ਨੇ ਵੀ ਕਿਹਾ ਸੀ, ਬਾਦਸ਼ਾਹ ਹੈ ਐਸੀ ਕਿਉਂ ਹੋਏ, ਬਿਸਮਿਲ ਕੀਆ ਨ ਜੀਵੇ ਕੋਈ। ਮਰ ਗਈ ਹੈ ਗਊ ਤਾਂ ਜਿਉਂਦੀ ਕਿਵੇਂ ਹੋਵੇਗੀ। ਸੁਣਤ ਪਹਾੜੀ ਬਾਕ ਉਚਾਰੇ ਤੇ ਅੱਗੋਂ ਉਹਨਾਂ ਪਹਾੜੀਆਂ ਨੇ ਜਿਨ੍ਹਾਂ ਦੀ ਗਊ ਸੀ ਇਹ ਬੋਲ ਆਖੇ, ਤੁਮ ਗੁਰ ਸੁਤ ਅਜਮਤ ਕੋ ਧਾਰੇ। ਆਖਿਆ ਤੁਸੀਂ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਹੋ ਤੇ ਵੱਡੀਆਂ ਕਰਾਮਾਤਾਂ ਦੇ ਮਾਲਕ ਹੋ। ਗਊ ਮਰੀ ਕੋ ਦੇਹੋ ਜਿਵਾਏ। ਤੁਸੀਂ ਮਰੀ ਹੋਈ ਗਊ ਨੂੰ ਜ਼ਿੰਦਾ ਕਰ ਸਕਦੇ। ਸਾਧ ਸੰਗਤ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਰ ਬ੍ਰਹਮ ਪਰਮੇਸ਼ਵਰ ਜੋਤ ਨੇ। ਜੇ ਨਾਮਦੇਵ ਜੀ ਦੇ ਵੇਲੇ ਪਰਮਾਤਮਾ ਮਰੀ ਗਊ ਜ਼ਿੰਦਾ ਕਰ ਸਕਦਾ ਤੇ ਹੁਣ ਕੀ ਹੈਗਾ। ਇਹ ਹੋ ਸਕਦਾ ਹੈ, ਕੋਈ ਵੱਡੀ ਗੱਲ ਨਹੀਂ। ਉਹਨਾਂ ਨੇ ਕਿਹਾ, ਨਿਜ ਚਾਕਰ ਕੋ ਲਿਹੋ ਛੁਡਾਏ। ਸਾਡੀ ਮਰੀ ਹੋਈ ਗਊ ਜ਼ਿੰਦਾ ਕਰ ਦੇਵੋ ਤੇ ਆਪਣੇ ਚਾਕਰ ਨੂੰ, ਆਪਣੇ ਸੇਵਕ ਨੂੰ ਛੁਡਵਾ ਲਵੋ। ਜੇ ਬਲ ਕਰੋ ਪੁਕਾਰੂ ਜਹ। ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਤਾਂ ਅਸੀਂ ਫਿਰ ਬਾਦਸ਼ਾਹ ਕੋਲ ਫਰਿਆਦੀ ਹੋਵਾਂਗੇ। ਨਿਜ ਰਾਜੇ ਕੇ ਨਿਕਟ ਕਹੈ। ਤੇ ਸਾਡਾ ਜਿਹੜਾ ਰਾਜਾ ਹੈ ਪਹਾੜੀ ਉਹਨੂੰ ਵੀ ਕਹਾਂਗੇ। ਵਧ ਹੈ ਫਸਾਦ ਵਿਸਾਲ ਅਗਾਰੀ। ਇਹ ਵੱਡਾ ਪਾਪ ਹੋ ਗਿਆ ਹੈ, ਫਸਾਦ ਹੀ ਅੱਗੇ ਵਧੇਗਾ। ਇਹੋ ਪਾਤਕ ਨ ਸਕਹਿ ਸਹਾਰੀ। ਇਹ ਪਾਪ ਸਾਡੇ ਕੋਲੋਂ ਸਿਆ ਨਹੀਂ ਜਾ ਰਿਹਾ। ਕਠਨ ਬਾਤ ਗੁਰ
ਗੁਰ ਪੁੱਤਰ ਵਿਚਾਰੈ। ਮਹਾਰਾਜ ਬਾਬਾ ਗੁਰਦਿੱਤਾ ਜੀ ਨੇ ਦੇਖਿਆ ਗੱਲ ਬੜੀ ਔਖੀ ਬਣ ਗਈ ਹੈ। ਮਰੀ ਗਊ ਜੇ ਅਬੈ ਜੀਵਾਰੈ। ਜੇ ਹੁਣੇ ਅਸੀਂ ਮਰੀ ਹੋਈ ਗਊ ਨੂੰ ਜ਼ਿੰਦਾ ਕਰ ਦਿੱਤਾ, ਇਹ ਵੀ ਬਾਤ ਨ ਆਛੀ ਹੋਏ। ਇਹ ਗੱਲ ਵੀ ਚੰਗੀ ਨਹੀਂ ਹੋਣੀ, ਕਿਉਂਕਿ ਪਿਤਾ ਰਿਸੈ ਹੈ ਸੁਣੈ ਜੇ ਸੋਏ। ਜੇ ਉਹਨਾਂ ਨੇ ਸੁਣਿਆ ਤਾਂ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਨਾਰਾਜ਼ ਹੋਣਗੇ। ਕਸ਼ਟ ਅਨੇਕ ਦੇਹ ਪਰ ਝਾਲੈ। ਔਰ ਇਹ ਬੜਾ ਵੱਡਾ ਕਸ਼ਟ ਸਾਡੇ ਲਈ, ਮੇਰੇ ਲਈ ਹੋਵੇਗਾ। ਅਜਮਤ ਨਹੀਂ ਜਨਾਏ ਵਿਸਾਲੈ। ਸਾਡੇ ਘਰ ਵਿੱਚ ਤਾਂ ਇਹ ਪ੍ਰਥਾ ਰਹੀ ਹੈ, ਗੁਰੂ ਅਰਜਨ ਦੇਵ ਜੀ ਨੇ ਵੱਡੇ ਕਸ਼ਟ ਸਹੇ ਨੇ, ਪਰ ਕੋਈ ਕਰਾਮਾਤ ਨਹੀਂ ਦਿਖਾਈ। ਇਹੋ ਮਤ ਹੈ ਗੁਰ ਘਰ ਕੋ ਸਦਾ। ਕਰਾਮਾਤ ਕਹਿਰ ਕਹੀ ਜਾਂਦੀ ਹੈ ਹਮੇਸ਼ਾ ਹੀ ਗੁਰੂ ਘਰ ਵਿੱਚ। ਜਰ ਹੈ ਅਜਰ ਵਿਦਤਾਏ ਨਾ ਕਦਾ। ਉਸ ਅਜਰ ਬਲ ਨੂੰ, ਸ਼ਕਤੀ ਨੂੰ ਜਰਦੇ ਤੇ ਪ੍ਰਗਟਾਵਾ ਨਹੀਂ ਕਦੀ ਕਰਦੇ। ਕਰਾਮਾਤ ਨਹ ਆਪ ਲਗਾਵੈ। ਆਪ ਕੋਈ ਕਰਾਮਾਤ ਨਹੀਂ ਕਰਦੇ। ਜੋ ਲਗਾਏ ਤਿਸ ਦੇਖ ਰਿਸਾਵੈ। ਗੁਰੂ ਸਾਹਿਬ ਤਾਂ ਸਗੋਂ ਜੇ ਕੋਈ ਕਰਾਮਾਤ ਦਿਖਾਵੇ ਤਾਂ ਉਸ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹਨ। ਜੇ ਅਬ ਗਊ ਨ ਜੀਵਤ ਇਹਾਂ। ਪਰ ਜੇ ਹੁਣ ਇੱਥੇ ਗਊ ਜ਼ਿੰਦਾ ਨਹੀਂ ਹੁੰਦੀ ਤਾਂ ਇਕ ਤੋ ਪਾਪ ਹੂਤ ਹੈ ਮਹਾ। ਇਹਦਾ ਮਰਨਾ ਹੀ ਮਹਾ ਪਾਪ ਹੈ। ਦੁਤੀਏ ਜੈ ਹੈ ਕਰੈ ਪੁਕਾਰ। ਤੇ ਦੂਜਾ ਫੇਰ ਇਹ ਪੁਕਾਰ ਕਰਨਗੇ। ਅਬ ਜਸ ਬਿਥਰੈ ਗੋ ਸੰਸਾਰ। ਤੇ ਗੁਰੂ ਘਰ ਦਾ ਅਪਜਸ ਹੋਵੇਗਾ। ਇਸ ਕੋ ਨਾਮ ਨ ਲੈਣ ਹੈ ਕੋਈ। ਇਹਨਾਂ ਦਾ ਤਾਂ ਕੋਈ ਨਾਮ ਜਾਣਦਾ ਨਹੀਂ, ਕਿਨੇ ਇਹਨਾਂ ਦਾ ਨਾਮ ਲੈਣਾ ਹੈ। ਪਰ ਹਮਾਰੀ ਦਿਸ਼ਾ ਆਰੋਪ ਹੈ ਸੋਈ। ਸਾਰੇ ਸਾਨੂੰ ਆਰੋਪਿਤ ਕਰਨਗੇ ਵੀ ਇਹਨਾਂ ਨੇ ਗਊ ਘਾਤ ਕਰ ਦਿੱਤਾ। ਰਣ ਤੇ ਸਾਤ ਬਿਰਤੀ ਅਬ ਪਏ। ਹੁਣ ਰਣ ਤੋਂ, ਮੈਦਾਨ ਤੋਂ, ਜੰਗ ਤੋਂ ਮਹਾਰਾਜ ਸ਼ਾਂਤ ਬਿਰਤੀ ਵਿੱਚ ਹਨ। ਸੁਨੈ ਬਖੇਰਾ ਤੋਰਿਸ ਲਏ। ਜੇ ਬਖੇੜਾ ਬਣੇਗਾ ਫਿਰ ਵੀ ਨਾਰਾਜ਼ਗੀ ਹੋਵੇਗੀ। ਆਂਡੇ ਪਏ ਕਰੇ ਥਿਰ ਲੋਚਨ। ਔਰ ਇਸ ਤਰ੍ਹਾਂ ਦੇ ਨਾਲ ਬਾਬਾ ਗੁਰਦਿੱਤਾ ਜੀ ਖੜੇ ਹੋ ਗਏ ਤੇ ਦੇਖ ਰਹੇ ਹਨ। ਅਨਕ ਭਾਂਤ ਕੀ ਸੋਚਤ ਮੋਚਨ। ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਉਹਨਾਂ ਦੇ ਮਨ 'ਚ ਆ ਰਹੀਆਂ ਹਨ। ਕਰਹਿ ਕਹਾ ਅਸਮੰਜਸ ਬਨੇ। ਬੜੀ ਅਸਮੰਜਸ ਬਣੀ ਹੋਈ ਹੈ, ਹੁਣ ਕਿਵੇਂ ਕਰੀਏ। ਦੋਨੋਂ ਵਿਧੀ ਕਹਿਰ ਹੋਏ ਘਨੇ। ਦੋਵਾਂ ਤਰ੍ਹਾਂ ਨਾਲ ਹੀ ਕਹਿਰ ਹੋਵੇਗਾ। ਸੁਰ ਭੀ ਮਰੀ ਪਾਪ ਹੈ ਭਾਰਾ। ਬੜਾ ਵੱਡਾ ਪਾਪ ਹੋ ਗਿਆ ਜਿਹੜਾ ਗਊ ਮਾਰੀ ਗਈ ਹੈ। ਕਰਾਮਾਤ ਦੇ ਦਿਓਸ ਉਦਾਰਾ। ਜੇ ਕਰਾਮਾਤ ਦਿੰਦਿਆਂ ਤੇ ਵੀ ਵੱਡਾ ਦੋਸ਼ ਹੋਵੇਗਾ। ਫਿਰੇ ਰਹੇ ਤੈ ਕੇਤਕ ਕਾਲਾ। ਕੁਝ ਸਮਾਂ ਬਾਬਾ ਗੁਰਦਿੱਤਾ ਸਾਹਿਬ ਜੀ ਉੱਥੇ ਹੀ ਖੜੇ ਰਹੇ ਹਨ। ਹਿਰਦੈ ਵਿਚਾਰਨ ਕਰਹਿ ਵਿਸਾਲਾ। ਔਰ ਇਸ ਤਰ੍ਹਾਂ ਦੇ ਨਾਲ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਵਿਚਾਰ ਵੱਡੀ ਕਰ ਰਹੇ ਹਨ। ਝਗਰਤ ਖਰੇ ਸੰਭੂ ਪਹਾਰੀ। ਤੇ ਸਾਰੇ ਪਹਾੜੀ ਅੱਗੇ ਵੱਡੀ ਗਿਣਤੀ 'ਚ ਹੋ ਕੇ ਝਗੜਦੇ ਪਏ ਹਨ, ਉੱਚੀ ਉੱਚੀ ਬੋਲ ਰਹੇ ਹਨ। ਆਪਣੇ ਪਰ ਕੇ ਭੇ ਨਰ ਚਾਰੀ। ਔਰ ਇਸ ਤਰ੍ਹਾਂ ਦੇ ਨਾਲ ਇੰਜ ਲੱਗ ਰਿਹਾ ਜਿਵੇਂ ਆਪਣੇ ਹੀ ਪਰਾਏ ਹੋਏ ਹੋਏ। ਇਸ ਤਰ੍ਹਾਂ ਤਲਕ ਕਲਾਮੀ ਉਹ ਕਰਦੇ ਪਏ ਹਨ। ਇਸ ਤਰ੍ਹਾਂ ਵਿਚਾਰ ਰਹੇ ਹਨ ਬਾਬਾ ਗੁਰਦਿੱਤਾ ਜੀ ਵੀ ਇਹ ਗਊ ਜ਼ਿੰਦਾ ਕੀਤੀ ਜਾਵੇ ਕਿ ਨਾ ਕੀਤੀ ਜਾਵੇ। ਜੇ ਗਊ ਜ਼ਿੰਦਾ ਕਰਦੇ ਆ ਮਹਾਰਾਜ ਜੀ ਦੀ ਨਾਰਾਜ਼ਗੀ ਮਿਲੇਗੀ, ਪਰ ਜੇ ਮਰੀ ਹੈ ਤਾਂ ਉਹਦਾ ਪਾਪ ਵੀ ਹੈਗਾ, ਵੱਡਾ ਦੋਸ਼ ਹੈਗਾ। ਇਸ ਤਰ੍ਹਾਂ ਵਿਚਾਰ ਕਰ ਰਹੇ ਹਨ। ਅਗਲੀ ਵਿਚਾਰ ਜੋ ਹੋਵੇਗੀ ਉਹ ਆਪ ਕੱਲ ਸਰਵਣ ਕਰੋਗੇ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਗੁਰੂ ਮਹਾਰਾਜ ਜੀ ਵਾਸਤੇ ਬਹੁਤ ਖੂਬਸੂਰਤ ਤੇ ਬੇਸ਼ਕੀਮਤੀ ਸੁਖਾਸਨ ਵਾਸਤੇ ਪਲੰਗ ਲੈ ਕੇ ਆਏ ਹਨ, ਜੋ ਸਿੰਬੋਲਕ ਹੈ ਭੰਗੂੜਾ ਸਾਹਿਬ ਵਰਗਾ, ਬਹੁਤ ਸੁੰਦਰ ਆਲੀਸ਼ਾਨ। ਉਹਦੇ ਅੱਜ ਅੰਦਰ ਜਿਹੜੀ ਸਜਾਉਣ ਦੀ ਗੱਲ ਚੱਲੀ ਸੀ, ਪਰ ਕੁਝ ਕੁ ਸੱਜਣਾ ਨਾਲ ਹੋਰ ਵਿਚਾਰ ਪ੍ਰਬੰਧਕਾਂ ਨੇ ਕਰਨਾ ਹੈ। ਤਾਂ ਪੋਜ਼ਿਟਿਵਲੀ ਕੱਲ ਇਹ ਜਿਹੜਾ ਬਹੁਤ ਵੱਡਾ ਜੋ ਬਾਹਰ ਆਪ ਦਰਸ਼ਨ ਕਰ ਰਹੇ ਹੋ ਬੇਸ਼ਕੀਮਤੀ ਹੈ। 1 ਸਾਲ ਦਾ ਸਮਾਂ ਇਸ ਨੂੰ ਦਿਨ ਰਾਤ ਕਾਰੀਗਰਾਂ ਨੇ ਲਗਾ ਕੇ ਬਹੁਤ ਸ਼ਰਧਾ ਸਤਿਕਾਰ ਸਹਿਤ ਤਿਆਰ ਕੀਤਾ ਹੈ।
ਔਰ ਪਰਿਵਾਰ ਸਮੇਤ ਲੈ ਕੇ ਮਹਾਰਾਜ ਜੀ ਦੇ ਘਰ ਹਾਜ਼ਰ ਹੋਏ ਨੇ। ਬਹੁਤ ਸਾਰੀਆਂ ਭੇਟਾਵਾਂ ਸੰਗਤਾਂ ਅਕਸਰ ਲੈ ਕੇ ਆਉਂਦੀਆਂ ਹਨ ਔਰ ਉਹ ਮਹਾਰਾਜ ਜੀ ਦੇ ਘਰ ਪ੍ਰਵਾਨ ਹੁੰਦੀਆਂ ਹਨ। ਕੁਝ ਵਿਚਾਰ ਜਿਹੜੀ ਹੈ ਕੁਝ ਸੱਜਣਾ ਨੇ ਰੱਖੀ ਹੈ, ਕੱਲ ਉਹਨਾਂ ਦਾ ਕੋਈ ਸ਼ੰਕਾ ਹੋਵੇਗਾ ਤੇ ਉਹਦਾ ਨਿਵਾਰਨ ਹੋ ਜਾਏਗਾ। ਤੇ ਜੋ ਬੇਸ਼ਕੀਮਤੀ ਸੁਖਾਸਨ ਵਾਸਤੇ ਪਲੰਗ ਆਇਆ, ਕਈਆਂ ਨੂੰ ਕਹਿੰਦੇ ਵਿਚਾਰ ਹੈ ਵੀ ਸ਼ਾਇਦ ਮਹਾਰਾਜ ਜੀ ਦਾ ਭੰਗੂੜਾ ਸਾਹਿਬ ਜੋ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਭੰਗੂੜਾ ਸਾਹਿਬ ਤੇ ਸਭ ਤੋਂ ਪਹਿਲਾਂ ਬਿਰਾਜੇ ਨੇ, ਬਈ ਸ਼ਾਇਦ ਉਸ ਨੂੰ ਕੋਈ ਹਟਾ ਰਿਹਾ। ਉਹ ਖਾਮ ਖਿਆਲੀ ਹੈ। ਮਹਾਰਾਜ ਜੀ ਦਾ ਜੋ ਪੁਰਾਤਨ ਭੰਗੂੜਾ ਹੈ ਜਿਸ ਮਹਾਰਾਜ ਬਿਰਾਜੇ ਨੇ, ਉਹ ਐਜ਼ ਇਟ ਇਜ਼ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਬਿਰਾਜਮਾਨ ਹੈ ਉਸ ਤਰ੍ਹਾਂ ਹੀ ਬਿਰਾਜਮਾਨ ਹੈ। ਉਸ ਬਾਰੇ ਕੋਈ ਕਿਸੇ ਦੀ ਕੋਈ ਵਿਚਾਰ ਨਹੀਂ ਹੈ। ਔਰ ਕੱਲ ਜਿਹੜਾ ਹੈ ਭਾਵੇਂ ਟਿਕਟਾਂ ਉਹਨਾਂ ਨੇ ਕੱਲ ਦੀਆਂ ਕਰਾਈਆਂ ਹੋਈਆਂ ਹਨ, ਪਰ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਇੱਕ ਦਿਨ ਤੁਸੀਂ ਹੋਰ ਅੱਗੇ ਕਰ ਲੈਣ ਤੇ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰਨ। ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਮੀਤ ਪ੍ਰਧਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਪਹੁੰਚੇ ਨੇ। ਅਸੀਂ ਮਿਲ ਕੇ ਸਾਰੇ ਬਹੁਤ ਹੀ ਸਤਿਕਾਰਯੋਗ ਪੰਥਕ ਸ਼ਖਸੀਅਤ ਗੁਰੂ ਭਾਵਨਾ ਵਿੱਚ ਭਿੱਜਿਆ ਹੋਇਆ ਹਿਰਦਾ ਡਾਕਟਰ ਗੁਰਵਿੰਦਰ ਸਿੰਘ ਜੀ ਔਰ ਉਹਨਾਂ ਦੇ ਪਰਿਵਾਰ ਦਾ ਸਨਮਾਨ ਜਿਹੜਾ ਹੈ ਉਹ ਸਾਰਾ ਲਾਈਵ ਤੇ ਹੁਣੇ ਕੀਤਾ ਜਾਏਗਾ। ਸਾਰੇ ਚੈਨਲਾਂ ਨੂੰ ਵੀ ਗੁਜ਼ਾਰਿਸ਼ ਹੈ ਤੁਸੀਂ ਥੋੜ੍ਹਾ ਜਿਹਾ ਸਮਾਂ ਹੋਰ ਲਾਈਵ ਦਾ ਦੇਵੋ ਔਰ ਉਹਨਾਂ ਦਾ ਸਨਮਾਨ ਸਾਰੀਆਂ ਸੰਗਤਾਂ ਵਿੱਚ ਹੋਵੇ। ਪਹਿਲਾਂ ਵੀ ਉਹਨਾਂ ਨੇ 1 ਕਰੋੜ ਤੇ 30 ਲੱਖ ਦੀ ਕਲਗੀ ਤਖਤ ਸਾਹਿਬ ਵਿਖੇ ਭੇਟ ਕੀਤੀ ਹੈ ਜੋ ਸਜੀ ਹੋਈ। ਕੱਲ ਉਹ ਕਲਗੀ ਵੀ ਮੂਲ ਅਸਥਾਨ ਤੇ ਨਾਲ ਸਜਾਈ ਜਾਵੇਗੀ। ਹਜ਼ੂਰ ਸਾਹਿਬ ਵੀ ਮਹਾਰਾਜ ਨੇ ਇਹਨਾਂ ਕੋਲੋਂ ਵੱਡੀ ਸੇਵਾ ਲਈ ਹੈ, ਉੱਥੇ ਵੀ ਲਗਭਗ ਕੋਈ 2.5 ਕਰੋੜ ਤੋਂ ਜ਼ਿਆਦਾ ਵੈਲਿਊ ਦੀ ਕਲਗੀ ਬੇਸ਼ੁਮਾਰ ਕੀਮਤੀ ਹੀਰੇ ਜਵਾਹਰਾਤ ਭੇਟਾ ਕੀਤੇ ਨੇ। ਔਰ ਇਹਨਾਂ ਦੀ ਭਾਵਨਾ ਵੱਲ ਜਦ ਅਸੀਂ ਦੇਖਦੇ ਹਾਂ ਤੇ ਮਹਿਸੂਸ ਕਰਦੇ ਹਾਂ ਬਈ ਪੁਰਾਤਨ ਸਮੇਂ ਵੀ ਗੁਰਸਿੱਖਾਂ ਦੀ ਇਹ ਭਾਵਨਾ ਹੁੰਦੀ ਸੀ। ਉਹ ਵੱਧ ਚੜ੍ਹ ਕੇ ਭੇਟਾਵਾਂ ਲੈ ਕੇ ਮਹਾਰਾਜ ਦੇ ਘਰ ਹਾਜ਼ਰ ਹੁੰਦੇ ਸਨ। ਇਹ ਵੀ ਬਹੁਤ ਵੱਡੀਆਂ ਭੇਟਾਵਾਂ ਪਹਿਲਾਂ ਵੀ ਨੇ ਔਰ ਸਾਰਾ ਰੁਮਾਲਿਆਂ ਦਾ ਜਿਹੜਾ ਸੈੱਟ ਹੈ ਸੋਨੇ ਦੀ ਤਾਰ ਦਾ ਬਣਿਆ। ਮਹਾਰਾਜ ਨੇ ਇਹਨਾਂ ਨੂੰ ਬਹੁਤ ਬਲ ਬਖਸ਼ਿਆ। ਉਹਨਾਂ ਦਾ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਹੋ ਰਿਹਾ ਹੈ। ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰੋਂ ਪਾਓ ਜਿਹੜੇ ਨੇ ਬਖਸ਼ਿਸ਼ ਉਹ ਪ੍ਰਾਪਤ ਕਰਨ ਔਰ ਉਹਨਾਂ ਦੇ ਨਾਲ ਆਏ ਹੋਏ ਪਰਿਵਾਰ ਗਿਆਨੀ ਜਸਵਿੰਦਰ ਸਿੰਘ ਜੀ ਦਰਦੀ ਸਾਹਿਬ ਉਹ ਵੀ ਨਾਲ ਆਏ ਹਨ, ਸਨਮਾਨ ਪ੍ਰਾਪਤ ਕਰਨਗੇ। ਉਹਨਾਂ ਦੇ ਨਾਲ ਬਹੁਤ ਵੱਡੇ ਸਹਿਯੋਗੀ ਹਨ, ਬੜਾ ਵੱਡਾ ਯੋਗਦਾਨ ਹੈ। ਸਰਦਾਰ ਜਗਜੀਤ ਸਿੰਘ ਜੀ ਜੱਗੀ ਸਾਹਿਬ, ਉਹਨਾਂ ਦਾ ਵੀ ਸਨਮਾਨ ਹੋਵੇਗਾ। ਸਾਰੇ ਆ ਕੇ ਤਖਤ ਸਾਹਿਬ ਤੋਂ ਸਨਮਾਨ ਪ੍ਰਾਪਤ ਕਰਨ। ਉਸ ਤੋਂ ਪੇਸ਼ਤਰ 2 ਮਿੰਟ ਵਾਸਤੇ ਸਾਰੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।